अजकल नहीं चलता 10 साल तो चल रहा एक समा सी 2004 तो 2010 तक का जो आस्ट्रेलिया ਦੇ ਵਿੱਚ ਮਾਸੀ ਦੀ ਕੁੜੀ ਤੇ ਮਾਮੇ ਦਾ ਮੁੰਡਾ ਭੂਆ ਦਾ ਮੁੰਡਾ ਤੇ ਚਾਚੇ ਦੀ ਕੁੜੀ ਆਪਸ ਚ ਕਦਨ ਭੈਣ ਭਰਾ ਵਿਆਹ ਕਰਕੇ ਗਏ ਆਮ ਸੌਰੀ ਟੂ ਸੇ ਬਟ ਪੰਜਾਬੀ ਦੇ ਨਾਂ ਤੇ ਬਹੁਤ ਵੱਡਾ ਧੱਬਾ ਔਰ ਕਲੰਕ ਲਾਇਆ ਪੰਜਾਬੀਆਂ ਨੇ ਔਰ ਅਸੀਂ ਲਾਇਆ ਸਿਰਫ ਇੱਕ ਵੀਜ਼ੇ ਦੇ ਲਾਲਚ ਨੂੰ ਇੱਕ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਮੂਹਰੇ ਲਾਵਾਂ ਫੇਰੇ ਕਰਦੇ ਆ ਬਾਬੇ ਨੂੰ ਰੱਬ ਨੂੰ ਹੀ ਆਪਾਂ ਮਤਲਬ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਬੜਾ ਗਲਤ ਇਹ ਵਰਤਾਰਾ ਹੋਇਆ ਬਿਲਕੁਲ ਦਫ਼ਤਰਾਂ 'ਚ ਆਉਂਦੇ ਨਹੀਂ ਸਾਡੇ ਮੁੰਡੇ ਕੋਲ ਆਇਲਸ ਨਹੀਂ ਹੁੰਦੀ ਜੇ ਕੁੜੀ ਹੋਵੇ ਤਾਂ ਸਾਨੂੰ ਸੰਪਰਕ ਕਰਿਓ ਜੀ ਮੈਂ ਕਿਹਾ ਮੈਂ ਮੈਟਰੀਮੋਨੀਅਲ ਕੰਪਨੀ ਨਹੀਂ ਚਲਾਉਂਦਾ ਮੈਂ ਤਾਂ ਵੀਜ਼ਾ ਕੰਪਨੀ ਚਲਾਉਣਾ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸੋ ਦਿਸ ਸਾਈਡ ਅਬੀ ਕੇਸਰ ਐਂਡ ਯੂ ਗਾਇਜ਼ ਵਾਚਿੰਗ ਵੀ ਔਨ ਦਾ ਲਾਟੂ ਟੀਵੀ ਹਰ ਵਾਰ ਆਪਾਂ ਤੁਹਾਨੂੰ ਨਵੀਂ ਸ਼ਖਸੀਅਤ ਤੇ ਜਗ੍ਹਾਵਾਂ ਤੇ ਲੈ ਕੇ ਜਾਂਦੇ ਰਹਿੰਦੇ ਹਾਂ ਸੋ ਦੈਟ ਸਾਨੂੰ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਦੇਸ਼ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਸਾਡੇ ਪੰਜਾਬ 'ਚ ਕੀ ਮਾਹੌਲ ਚੱਲ ਰਿਹਾ ਸੋ ਸਾਡੇ ਸੂਬੇ ਦੇ ਵਿੱਚ ਅਗਰ ਪੰਜਾਬ ਦੀ ਮੈਂ ਲਹਿਜ਼ੇ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਇੱਕ ਸਭ ਤੋਂ ਵੱਡਾ ਜੋ ਅੱਜ ਕੱਲ੍ਹ ਸਾਡਾ ਕਹਿ ਲਓ ਕਿ ਰਿਵਾਜ ਚੱਲ ਰਿਹਾ ਪੰਜਾਬ ਦਾ ਕਿ ਅਸੀਂ ਬਾਹਰ ਜਾਣਾ ਸਾਡੇ ਬੱਚੇ ਅਗਰ ਪਲੱਸ 2 ਕਰਦੇ ਨੇ ਜਾਂ ਗ੍ਰੈਜੂਏਸ਼ਨ ਕਰਦੇ ਨੇ ਤਾਂ ਕਿਤੇ ਨਾ ਕਿਤੇ ਸਾਡਾ ਇੱਕ ਮੋਟਿਵ ਹੁੰਦਾ ਕਿ ਸਾਡੇ ਬੱਚੇ ਨੂੰ ਬਾਹਰ ਜਾ ਕੇ ਇੱਕ ਵਧੀਆ ਭਵਿੱਖ ਦੇਣਾ ਲੇਕਿਨ ਜੇ ਮੈਂ ਹੁਣ ਗੱਲ ਕਰਾਂ ਸਾਡੇ ਜਲੰਧਰ ਸ਼ਹਿਰ ਦੀ ਜਿਹਨੂੰ ਇਮੀਗ੍ਰੇਸ਼ਨ ਦਾ ਹੱਬ ਕਿਹਾ ਜਾਂਦਾ ਅਸੀਂ ਬੱਸ ਸਟੈਂਡ ਤੇ ਆ ਜਾਈਏ ਨਾ ਤਾਂ ਉੱਥੇ ਸਾਡੇ ਕੋਲ ਪਤਾ ਨਹੀਂ ਕਿੰਨੇ ਆਫਿਸਿਸ ਦੇ ਕਾਰਡ ਸਾਹਮਣੇ ਆ ਜਾਂਦੇ ਨੇ ਕਿੰਨੇ ਆਫਿਸਿਸ ਸਾਹਮਣੇ ਆ ਜਾਂਦੇ ਲੇਕਿਨ ਇਹਨਾਂ ਸਾਰੀਆਂ ਜਗ੍ਹਾਵਾਂ ਦੇ ਵਿੱਚੋਂ ਇੱਕ ਹੀਰਾ ਕਿਵੇਂ ਤਰਾਸ਼ਣਾ ਜਿਹਨੇ ਸਾਨੂੰ ਬਾਹਰ ਲੈ ਕੇ ਆਉਣਾ ਜਿਹਨੇ ਸਾਨੂੰ ਲੈ ਕੇ ਜਾਣਾ ਸਹੀ ਤਰੀਕੇ ਨਾਲ ਇਸ ਲਈ ਅੱਜ ਅਸੀਂ ਆਏ ਹਾਂ ਜੀ 15 ਸਾਲ ਤੋਂ ਇਸ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਕੰਮ ਕਰ ਰਹੀ ਹੈ ਆਰਐਸ ਗਲੋਬਲ ਤੇ ਸਾਡੇ ਨਾਲ ਬੈਠੇ ਨੇ ਸਰ ਸਭ ਤੋਂ ਪਹਿਲਾਂ ਬਹੁਤ ਤੁਹਾਡਾ ਥੈਂਕਸ ਤੁਸੀਂ ਸਾਨੂੰ ਮੌਕਾ ਦਿੱਤਾ ਜੀ ਥੈਂਕ ਯੂ ਭਾਜੀ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ ਤੁਹਾਡਾ ਵੀ ਤੁਹਾਡੇ ਚੈਨਲ ਦਾ ਤੁਹਾਡੀ ਟੀਮ ਦਾ ਜੋ ਮੈਨੂੰ ਆਪਦੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਬੜੀ ਵਧੀਆ ਤੁਸੀਂ ਗੱਲ ਕੀਤੀ ਜਲੰਧਰ ਸ਼ਹਿਰ ਜੋ ਕੇਵਲ ਕਿਸੇ ਟਾਈਮ ਖੇਡ ਦੇ ਸਮਾਨ ਜਾਂ ਕਿਸੇ ਟਾਈਮ ਨਿਊਜ਼ਪੇਪਰ ਜਿਹਨੂੰ ਆਪਾਂ ਮੀਡੀਆ ਦਾ ਵੀ ਸੈਂਟਰ ਕਹਿੰਦੇ ਉਹ ਜਾਣਿਆ ਜਾਂਦਾ ਸੀ ਬਟ ਹੁਣ ਪਿਛਲੇ ਕੁਝ ਸਾਲਾਂ ਤੋਂ ਟਰੈਵਲ ਏਜੰਸੀ ਦੇ ਨਾਮ ਜਾਣਿਆ ਜਾਂਦਾ ਨਾਟ ਓਨਲੀ ਜਲੰਧਰ ਭਾਜੀ ਆਪਾਂ ਪੂਰੇ ਪੰਜਾਬ ਦੀ ਗੱਲ ਕਰ ਲਈਏ ਚਾਹੇ ਉਹ ਚੰਡੀਗੜ੍ਹ ਆ ਚਾਹੇ ਮੋਹਾਲੀ ਚਾਹੇ ਅੰਮ੍ਰਿਤਸਰ ਚਾਹੇ ਲੁਧਿਆਣਾ ਕੋਈ ਵੀ ਬਿਲਡਿੰਗ ਕੋਈ ਵੀ ਦੀਵਾਰ ਇਹੋ ਜਿਹੀ ਨਹੀਂ ਖਾਲੀ ਜਿੱਥੇ ਕਿਸੇ ਏਜੰਟ ਦਾ ਸਟੱਡੀ ਇਨ ਕੈਨੇਡਾ ਸਟੱਡੀ ਇਨ ਯੂਕੇ ਸਟੱਡੀ ਇਨ ਫਲਾਣਾ ਸਟੱਡੀ ਟਮਕਾਣਾ ਦਾ ਬੋਰਡ ਨਾ ਲੱਗਾ ਹੋਵੇ ਸੋ ਵੇਖ ਕੇ ਲੱਗਦਾ ਖਰੇ ਪੂਰਾ ਪੰਜਾਬ ਹੀ ਬਾਹਰ ਨੂੰ ਤੁਰ ਚੱਲਿਆ ਬਟ ਬੜੇ ਕੀਤਾ ਜਾਵੇ ਅਵੇਅਰ ਕੀਤਾ ਜਾਵੇ ਤਾਂ ਕਿ ਐਕਚੁਅਲ ਤੌਰ 'ਤੇ ਜਿਹੜਾ ਇਹ ਬਿਜ਼ਨਸ ਆ ਭਾਜੀ ਇਹ ਪ੍ਰੋਫੈਸ਼ਨ ਹੈ ਇਹ ਕੋਈ ਟਰੈਵਲ ਏਜੰਟੀ ਦਾ ਕਾਰੋਬਾਰ ਨਹੀਂ ਆ ਇਹ ਬੱਚੇ ਬਾਹਰ ਭੇਜਣ ਦਾ ਕਾਰੋਬਾਰ ਨਹੀਂ ਹੈ ਜੇ ਆਪਾਂ ਇਹਦੀ ਡੂੰਘਾਈ ਡੈਪਥ ਜਾ ਕੇ ਡੈਫੀਨੇਸ਼ਨ ਦੇਖੀਏ ਇਹ ਕਰੀਅਰ ਕਾਉਂਸਲਿੰਗ ਹੈ ਤੁਸੀਂ ਕਿਸੇ ਬੱਚੇ ਨੂੰ ਉਹਦੀ ਜ਼ਿੰਦਗੀ ਲਈ ਗਾਈਡ ਕਰਦੇ ਹੋ ਵੀ ਤੂੰ ਫਲਾਣੀ ਯੂਨੀਵਰਸਿਟੀ 'ਚ ਫਲਾਣੇ ਕਾਲਜ 'ਚ ਫਲਾਣੇ ਕੋਰਸ 'ਚ ਫਲਾਣੇ ਕੰਟਰੀ 'ਚ ਪੜ੍ਹ ਕੇ ਆਹ ਇੱਕ ਚੰਗਾ ਫਿਊਚਰ ਲੈ ਸਕਦੇ ਹਾਂ ਬੇਸਿਕਲੀ ਬੱਚਾ ਬਾਹਰ ਜਾਂਦਾ ਕਿਉਂ ਇੱਕ ਚੰਗੇ ਭਵਿੱਖ ਦੀ ਭਾਲ ਲਈ ਜਾਂਦਾ ਆਮ ਤੌਰ 'ਤੇ ਦਫ਼ਤਰਾਂ 'ਚ ਬੱਚੇ ਆਉਂਦੇ ਨੇ ਭਾਜੀ ਵੀਜ਼ਾ ਲੈਣਾ ਵੀਜ਼ਾ ਕਦੇ ਕੋਈ ਕੰਸਲਟੈਂਟ ਨਹੀਂ ਲਵਾਉਂਦਾ ਵੀਜ਼ਾ ਹੁਣ ਤੁਸੀਂ ਹੈਰਾਨ ਹੋਵੋਗੇ ਯਾਰ ਸਰਦਾਰ ਕੀ ਕਹੀ ਜਾਂਦਾ ਜੇ ਵੀਜ਼ਾ ਕੰਸਲਟੈਂਟ ਨਹੀਂ ਲਵਾਉਂਦਾ ਫਿਰ ਵੀਜ਼ੇ ਕੌਣ ਲਵਾਉਂਦੇ ਨੇ ਕੋਈ ਦੁਕਾਨ ਤਾਂ ਤੁਸੀਂ ਲਵਾਉਂਦੇ ਨੇ ਬੇਸਿਕਲੀ ਵੀਜ਼ਾ ਲਵਾਉਂਦਾ ਉਹਦੀ ਆਪਦੀ ਪ੍ਰੋਫਾਈਲ ਤੇ ਕੰਸਲਟੈਂਟ ਦੀ ਦਿੱਤੀ ਹੋਈ ਸਲਾਹ ਇਹ ਦੋ ਚੀਜ਼ਾਂ ਨਾਲ ਵੀਜ਼ਾ ਅੰਬੈਸੀ ਦਿੰਦੀ ਹੈ ਬਟ ਇਸ ਪ੍ਰੋਫੈਸ਼ਨ ਦੀ ਡੈਫੀਨੇਸ਼ਨ ਬਦਲ ਚੁੱਕੀ ਪਿਛਲੇ ਕੁਝ ਸਾਲਾਂ ਤੋਂ ਇੱਕ ਸਮਾਂ ਸੀ ਤੁਹਾਨੂੰ ਯਾਦ ਹੋਏਗਾ ਨਿੱਕੇ ਹੁੰਦੇ ਸੀ ਤੇ ਉਦੋਂ ਘਰ ਵਿੱਚ ਫੋਟੋ ਸਟੇਟ ਮਸ਼ੀਨਾਂ ਹੁੰਦੀਆਂ ਸੀ ਜਿਹੜਾ ਬੰਦਾ ਵਿਹਲਾ ਸੀ ਚਲੋ ਜੀ ਫੋਟੋ ਸਟੇਟ ਦਾ ਕਾਰੋਬਾਰ ਸ਼ੁਰੂ ਕਰ ਲਈਏ ਫਿਰ ਐਸਟੀਡੀ ਪੀਸੀਓ ਬੜੇ ਚੱਲੇ ਫਿਰ ਘਰ 'ਚ ਇੱਕ ਪ੍ਰੋਪਰਟੀ ਡੀਲਰ ਪੈਦਾ ਹੋਇਆ ਅੱਜ ਘਰ 'ਚ ਹਰ ਇੱਕ ਏਜੰਟ ਪੈਦਾ ਹੋ ਰਿਹਾ ਇੱਕ ਗਾਇਕਾਂ ਦਾ ਦੌਰ ਹੀ ਭੁੱਲ ਗਿਆ ਇੱਕ ਗਾਇਕ ਬੜੇ ਪੈਦਾ ਹੋਏ ਅੱਜ ਦੌਰ ਹਰ ਘਰ 'ਚ ਇੱਕ ਟਰੈਵਲ ਏਜੰਟ ਪੈਦਾ ਹੋ ਰਿਹਾ ਚੰਗੀ ਗੱਲ ਹੈ ਟ੍ਰੇਡ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਬਟ ਚੰਗੇ ਤਰੀਕੇ ਕੰਮ ਕਰੋ ਮੈਂ ਆਪਣੇ ਨਵੇਂ ਜਿਹੜੇ ਯੂਥ ਇਸ ਇੰਡਸਟਰੀ ਨੂੰ ਜੁਆਇਨ ਕਰਦੇ ਕਾਫੀ ਸਾਡੇ ਕੋਲੋਂ ਵੀ ਸਿੱਖ ਕੇ ਅੱਜ ਕਈ ਆਪਣੇ ਦਫ਼ਤਰ ਖੋਲ੍ਹ ਕੇ ਚਲਾ ਰਹੇ ਚੰਗੀ ਗੱਲ ਆ ਬਟ ਚੰਗੇ ਪ੍ਰਿੰਸੀਪਲ ਚੰਗੇ ਐਥਿਕਸ ਲੈ ਕੇ ਅਪਲਾਈ ਕਰੋ ਕਿਉਂਕਿ ਕਿਸੇ ਬੰਦੇ ਦੀ ਜ਼ਿੰਦਗੀ ਬਣਾਉਣ ਦੀ ਗੱਲ ਆ ਮੈਂ ਇਸ ਪੇਸ਼ੇ ਨੂੰ ਡਾਕਟਰੀ ਦੇ ਪੇਸ਼ੇ ਨਾਲ ਕੋਈ ਬਹੁਤਾ ਫਰਕ ਨਹੀਂ ਸਮਝਦਾ ਇੱਕ ਡਾਕਟਰ ਜ਼ਿੰਦਗੀ ਬਚਾਉਂਦਾ ਤੁਸੀਂ ਬਣਾਉਂਦੇ ਤੇ ਇੱਕ ਕਰੀਅਰ ਕੰਸਲਟੈਂਟ ਜਾਂ ਐਜੂਕੇਸ਼ਨ ਕੰਸਲਟੈਂਟ ਜ਼ਿੰਦਗੀ ਬਣਾਉਂਦਾ ਤੇ ਜ਼ਿੰਦਗੀ ਬਚਾਉਣਾ ਵੀ ਮਤਲਬ ਰੱਬ ਵਾਲਾ ਕੰਮ ਆ ਤੇ ਬਣਾਉਣਾ ਵੀ ਰੱਬ ਵਾਲਾ ਕੰਮ ਆ ਸੋ ਇਹ ਬੜਾ ਇੱਕ ਰਿਸਪੈਕਟਡ ਪੇਸ਼ਾ ਹੈ ਅਗਰ ਇਹ ਨੂੰ ਸਮਝੀਏ ਪਰ ਲੋਕਾਂ ਨੂੰ ਲੱਗਦਾ ਯਾਰ ਈਜ਼ੀ ਮੇਕਿੰਗ ਮਨੀ ਹੈ ਚਾਰ ਕੇ ਮੈਡਮਾਂ ਬਿਠਾਓ ਸੋਹਣਾ ਦਫ਼ਤਰ ਪਾਓ ਫੇਸਬੁੱਕ ਤੇ ਫੋਟੋ ਲਾਓ ਵੀਜ਼ਾ ਐਕਸਪਰਟ ਲਾ ਕੇ ਕਿਹੜੀ ਡਿਗਰੀ ਡਿਪਲੋਮਾ ਲੈਣਾ ਕੋਈ ਇੱਕ ਸਰਟੀਫਿਕੇਟ ਲੈਣਾ ਪੰਜਾਬ ਸਰਕਾਰ ਦਾ ਮਿਲ ਜਾਂਦਾ ਉਹ ਵੀ ਕਈ ਬਿਨਾਂ ਲਾਇਸੈਂਸ ਤੋਂ ਵੀ ਕੰਮ ਕਰੀ ਜਾਂਦੇ ਬਟ ਸਮਝਣ ਦੀ ਲੋੜ ਆ ਦੇਖੋ ਜਦ ਤੱਕ ਆਵਾਮ ਨਹੀਂ ਨਾ ਸਿਆਣਾ ਹੋਏਗਾ ਸਟੂਡੈਂਟ ਨਹੀਂ ਸਿਆਣਾ ਹੋਏਗਾ ਤਦ ਤੱਕ ਠੱਗੀਆਂ ਦੌਰ ਤਦ ਤੱਕ ਆਹ ਜਿਹੜੀ ਚਕਾਚੌਂਧ ਚੱਲਦੀ ਰਹਿਣੀ ਜੇ ਮੈਂ ਗੱਲ ਕਰਾਂ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜੇ ਆਪਾਂ ਬੱਸ ਸਟੈਂਡ ਤੋਂ ਉਤਰੀਏ ਆਪਾਂ ਜਲੰਧਰ ਬੱਸ ਸਟੈਂਡ ਦੀ ਗੱਲ ਕਰੀਏ ਹੈ ਨਾ ਕਿਉਂਕਿ ਮੋਸਟ ਆਫ ਦਾ ਜਿਹੜੇ ਹੈੱਡ ਆਫਿਸ ਹੁੰਦੇ ਚੰਡੀਗੜ੍ਹ 'ਚ ਹੁੰਦੇ ਲੇਕਿਨ ਇਮੀਗ੍ਰੇਸ਼ਨ ਦੇ ਹੈੱਡ ਆਫਿਸ ਨਾ ਜਲੰਧਰ 'ਚ ਆ ਹੈ ਨਾ ਤੇ ਬੱਸ ਸਟੈਂਡ ਤੋਂ ਉਤਰੇ ਨਾ ਬਹੁਤ ਸਾਰੇ ਆਪਣੇ ਕੋਲ ਆਫਿਸਿਸ ਆ ਜਾਂਦੇ ਬਹੁਤ ਸਾਰੇ ਏਜੰਟ ਵੀ ਆਉਂਦੇ ਸਾਨੂੰ ਦੱਸੋ ਜੀ ਅਸੀਂ ਤੁਹਾਡਾ ਵੀਜ਼ਾ ਲਵਾਉਣੇ ਹੁਣ ਇੰਨੀ ਸਾਰੀ ਭੀੜ ਦੇ ਵਿੱਚ ਰਸ਼ ਦੇ ਵਿੱਚੋਂ ਇੱਕ ਬੰਦਾ ਚੁਣਨਾ ਉਹ ਇੱਕ ਜਿਹੜੀ ਹੁੰਦਾ ਨਾ ਕਿ ਅਸੀਂ ਉਹਨੂੰ ਚੁਣੀਏ ਕਿਵੇਂ
ਕਹਿੰਦੇ ਘਰ ਦੇ ਭਾਗ ਚੋਂ ਬਾਰੇ ਪਤਾ ਲੱਗ ਜਾਂਦੇ ਆ। ਹਾਂ, ਜਿਹੜੇ ਦਫ਼ਤਰ 'ਚ ਰੋਲੇ ਪੈਣ ਡੇ ਆ ਉੱਥੋਂ ਭੱਜ ਜਾਓ, ਜਿੱਥੇ ਲੱਡੂ ਵੰਡੇ ਜਾ ਰਹੇ ਆ, ਵੀਜ਼ੇ ਵੰਡੇ ਜਾ ਰਹੇ, ਉੱਥੇ ਜਾ ਕੇ ਅਪਲਾਈ ਕਰੋ। ਖੈਰ ਜੋ ਕਿ ਦਾ ਪਾਰਟ ਅੱਜ ਦੀ ਡੇਟ 'ਚ ਮੈਂ ਦੱਸਿਆ ਡਿਜੀਟਲ ਮੀਡੀਆ ਜ਼ਮਾਨਾ, ਬੜਾ ਵੱਡਾ ਸਰਚ ਇੰਜਨ ਆ googlebaba.com। ਸੋ google.com ਜਾ ਕੇ ਹਰ ਇੱਕ ਬੰਦੇ ਦੀ ਪੂਰੀ 10 ਸਾਲ ਦੀ ਹਿਸਟਰੀ ਕੱਢ ਕੇ ਵੇਖੀ ਜਾ ਸਕਦੀ ਹੈ, ਪੂਰੇ ਮੈਂ ਪੈਂਤੜੇ ਫਰੋਲੇ ਜਾ ਸਕਦੇ। ਚੈੱਕ ਕਰੋ, ਜਿਸ ਵੀ ਕੰਸਲਟੈਂਟ ਦੀ ਚੋਣ ਕਰਨੀ ਆ ਉਸ ਕੰਸਲਟੈਂਟ ਉਸ ਕੰਪਨੀ ਬਾਰੇ ਪੂਰਾ ਰਿਕਾਰਡ ਪੂਰੇ ਚੈੱਕ ਕਰੋ ਕਿ ਉਹਨੇ ਅੱਜ ਤੱਕ ਪਿੱਛੇ ਕਿੰਨੇ ਵੀਜ਼ੇ ਲਵਾਏ। ਹੁਣ ਮੇਰੇ ਵਰਗੇ ਨੇ ਫੋਟੋਆਂ ਲਾ ਦੇਣੀਆਂ 50, ਮੈਂ ਫਲਾਣੇ ਬੱਚੇ UK ਭੇਜੇ, ਕੈਨੇਡਾ ਭੇਜੇ। ਚੈੱਕ ਕਰੋ ਕਿੰਨੇ ਪਿੱਛੇ ਭੇਜੇ ਆ, ਰਿਵਿਊਜ਼ ਲੋਕਾਂ ਕੋਲ ਲਓ। ਬਾਕੀ ਜਦੋਂ ਮਾਂ ਪਿਓ ਨਾਲ ਜਾਂਦੇ ਨਿਆਣੇ ਦੇ 10 ਕੰਸਲਟੈਂਟ ਦਫ਼ਤਰ ਜਾਓ, ਬੱਚੇ ਕਿ ਬੇਸਿਕਲੀ ਮਾਂ ਪਿਓ ਨੂੰ ਇੰਨੀ ਕੁ ਸਮਝ ਤਜਰਬੇ ਨਾਲ ਜ਼ਰੂਰ ਹੋ ਜਾਂਦੀ ਕਿ ਬੱਚੇ ਦੇ ਮਤਲਬ ਜਿਹੜਾ ਮੇਰੀ ਜ਼ਿੰਦਗੀ ਜਾਂ ਲਾਈਫ ਜਿਹੜੀ ਫਾਈਲ ਹੈ ਉਹ ਕਿੱਥੇ ਕੰਸਲਟੈਂਟ ਲਾਉਣੀ। ਸੋ ਬੇਸਿਕਲੀ ਬੈਕਗਰਾਊਂਡ ਕੰਪਨੀ ਜ਼ਰੂਰ ਚੈੱਕ ਕਰੋ, ਪੰਜਾਬ ਸਰਕਾਰ ਤੋਂ ਮਨਜ਼ੂਰਸ਼ੁਦਾ ਕੰਸਲਟੈਂਟ ਦੀ ਚੋਣ ਕਰੋ, ਪਲੱਸ ਉਹਨਾਂ ਦੇ ਆਫਿਸਸ ਕਿੱਥੇ ਨੇ, ਕਿੰਨੀਆਂ ਕਿ ਯੂਨੀਵਰਸਿਟੀਜ਼ ਨਾਲ ਉਹਨਾਂ ਦੇ ਡਾਇਰੈਕਟ ਟਾਈ ਅਪਸ ਨੇ, ਜਿਹੜਾ ਕੰਪਨੀ ਦਾ ਮਾਲਕ ਖੁਦ ਉਹ ਆਪ ਕਿੰਨਾ ਕੁ ਐਜੂਕੇਟ ਆ, ਉਹਦੇ ਆਪ ਦੇ ਕਿੱਥੇ ਆਪ ਬੰਦਾ ਗਿਆ। ਹੁਣ ਇੱਥੇ ਆਪ ਜਿਹੜੇ ਕੰਸਲਟੈਂਟ ਇਹੋ ਜਿਹੇ ਕਈ ਵੇਖੇ ਆ ਜਿਨ੍ਹਾਂ ਦਾ ਆਪ ਦਾ ਪਾਸਪੋਰਟ ਤੱਕ ਨਹੀਂ ਬਣਿਆ ਹੁੰਦਾ, ਆਪ ਹਾਲ ਤੱਕ ਕਦੀ ਉਹ ਚੰਡੀਗੜ੍ਹ ਤੋਂ ਅੱਗੇ ਟੱਪੇ ਨਹੀਂ ਹੁੰਦੇ, ਉਹ ਖੁਦ ਕਿਸੇ ਨੂੰ ਕੈਨੇਡਾ UK ਭੇਜਣ ਦੀ ਗੱਲ ਕਰਦੇ ਆ। ਸੋ ਬੇਸਿਕਲੀ ਮੈਂ ਆਪ ਦੀ ਗੱਲ ਕਰਾਂ, ਮੈਂ ਖੁਦ 2003 ਚ UK ਦਾ ਵੀਜ਼ਾ ਰਿਫਿਊਜ਼ ਕਰਾਇਆ, ਆਪਣੇ ਪਿੱਠ ਤੇ ਪਹਿਲਾਂ ਉਹ ਰਿਫਿਊਜ਼ਲ ਲਵਾਈ ਸੀ। ਉਹਨਾਂ ਦਿਨਾਂ 'ਚ ਫਿਰ ਬੜਾ ਸਟ੍ਰੈਸ ਵਿੱਚ ਗਿਆ, ਬੜੀ ਪਰੇਸ਼ਾਨੀ ਚੋਂ ਦੌਰ ਚੋਂ ਨਿਕਲਿਆ, ਖੁਦ ਦਾ UK ਦਾ ਵੀਜ਼ਾ ਲਵਾ ਕੇ ਪੜ੍ਹ ਕੇ ਵਾਪਸ ਆਇਆ। ਸਟੂਡੈਂਟ ਲਾਈਫ ਹੰਢਾਈ, ਅੱਜ 15 ਸਾਲ ਤੋਂ ਬੱਚਿਆਂ ਨੂੰ ਗਾਈਡ ਕਰ ਰਿਹਾ, ਇੱਕ ਚੰਗਾ ਤਜਰਬਾ। ਬਾਕੀ ਆਪਣੇ ਮੂੰਹ ਕਹਿਣੀ ਗੱਲਾਂ ਘੱਟ ਨੇ, ਜਾ ਕੇ YouTube ਤੇ ਆਨਲਾਈਨ Facebook ਤੇ ਚੈੱਕ ਕਰੋ ਅੱਜ ਤੱਕ ਕਿੰਨੇ ਕੁ ਬੱਚੇ ਭੇਜੇ ਆ, ਕੀ ਸਕਸੈਸ ਸਟੋਰੀ ਨੇ। ਅੱਜ ਕੱਲ੍ਹ ਸਭ ਕੁਝ ਆਨਲਾਈਨ ਚੈੱਕ ਕੀਤਾ ਜਾ ਸਕਦਾ। ਬੜੀਆਂ ਧੋਖੀਆਂ ਤੜੀਆਂ ਨੇ ਹੁੰਦੀਆਂ ਨੇ ਕਿ ਪੈਸੇ ਲੈ ਕੇ ਕਈਆਂ ਡੋਬੇ। ਤੁਸੀਂ ਵੀ ਕਿਹਾ ਜਿਵੇਂ ਰਿਫਿਊਜ਼ਲ ਲਵਾਈ ਹੈ ਨਾ, ਰਿਫਿਊਜ਼ਲ ਕਈਆਂ ਦੀ ਜਾਂ ਸ਼ਾਇਦ ਉਹ ਕੰਸਲਟੈਂਟ ਉਹਨਾਂ ਨੂੰ ਗਾਈਡ ਨਹੀਂ ਕਰਦੇ ਕਿ ਰਿਫਿਊਜ਼ਲ ਲੱਗ ਜਾਏਗੀ, ਨਹੀਂ ਕੋਈ ਦੇਰੋ ਲਵਾ ਦਾਂਗੇ ਵੀਜ਼ਾ, ਸੋ ਗੱਲਾਂ ਕਰਦੇ ਨੇ ਹੈ ਨਾ। ਪਰ ਹੁਣ ਗੱਲ ਜਿਹੜੀ ਮੇਨ ਇਹ ਹੈ ਕਿ ਇੱਕ ਜਿਵੇਂ ਸਭ ਤੋਂ ਜ਼ਿਆਦਾ ਰੋਲਾ ਪੈਂਦਾ ਵਾ ਸਾਡੇ ਕੰਨਾਂ ਦੇ ਵਿੱਚ ਕੀ ਪੈਂਦਾ ਕਿ ਫੀ ਆਫਟਰ ਵੀਜ਼ਾ ਹੈ ਨਾ, ਪੈਸੇ ਦਿਓ ਵੀਜ਼ਾ ਲੱਗਣ ਤੋਂ ਬਾਅਦ। ਇਹ ਇੰਨੀ ਮਤਲਬ ਕਿ ਉਹ ਗਰੰਟੀ ਵੀ ਚੱਕ ਲੈਂਦੇ ਆ ਤੇ ਇੰਨਾ ਰਿਸਕ ਕਿਉਂ ਚੱਕਦੇ ਆ? ਮਤਲਬ ਕਿ ਉਹਨਾਂ ਨੂੰ ਫਾਇਦਾ ਹੁੰਦਾ ਕਿ ਕੋਈ ਕੀ ਹਿਸਾਬ ਕਿਤਾਬ ਕੀ ਇਹ? ਮੈਨੂੰ ਲੱਗਦਾ ਕੋਈ ਮਾਮੇ ਦੇ ਮੁੰਡੇ ਦੇ ਚਾਚੇ ਦੇ ਭੂਆ ਕੁੜੀ ਹੋਣਗੇ ਜਿਹੜੇ ਆਪਸ ਵਿੱਚ ਰਿਸਕ ਚੱਕਦੇ ਹੋਣਗੇ। ਅੱਜ ਦੀ ਡੇਟ ਵਿੱਚ ਤਾਂ ਗਵਾਂਢੀ ਵੀ ਰਿਸਕ ਨਹੀਂ ਚੱਕਦਾ। ਫੀ ਆਫਟਰ ਵੀਜ਼ਾ ਮੈਂ ਅਲੱਗ-ਅਲੱਗ ਚੈਨਲ ਤੇ ਪਲੇਟਫਾਰਮ ਬੜੀ ਵਾਰ ਬੋਲਿਆ ਹੈ ਕਿ ਉਹ ਦੀਮਕ ਹੈ, ਉਹ ਘੋਣਾ ਜੋ ਇਸ ਇੰਡਸਟਰੀ ਨੂੰ ਅੰਦਰ ਖਾ ਰਿਹਾ। ਹਾਂ, ਉਹਦੇ ਨਾਲ ਸ਼ਾਇਦ ਕਿਤੇ ਨਾ ਕਿਤੇ ਅਸੀਂ ਕਹਿੰਦੇ ਚੱਲ ਯਾਰ ਪਤਾ ਤਾਂ ਕਰਿਆ ਹੀ ਏ, ਬੰਦਾ ਅੰਦਰ ਵੜ ਜਾ, ਚਲੋ ਠੀਕ ਹੈ ਦਰਵਾਜ਼ਾ ਖੋਲ੍ਹੋ ਅੰਦਰ ਜਾਓ ਤੇ ਸਹੀ। ਅੰਦਰ ਜਾ ਕੇ ਕਹਾਣੀ ਕੀ ਹੁੰਦੀ, ਹਾਲਾਂਕਿ ਮੈਂ ਗਿਆ ਨਹੀਂ, ਇਸ ਲਈ ਮੈਂ ਤੁਹਾਡੇ ਕੋਲ ਪੁੱਛ ਰਿਹਾ, ਤੁਹਾਡੇ ਕੋਲ ਆਉਂਦੇ ਹੋਣੇ ਬੰਦੇ ਹੈ ਨਾ। ਮੈਂ ਬਿਲਕੁਲ ਦੱਸਣਾ, ਫੀ ਆਫਟਰ ਵੀਜ਼ਾ ਦੀ ਇੱਕ ਸਿੰਪਲ ਜੀ ਡੈਫੀਨੇਸ਼ਨ ਦਿਮਾਗ 'ਚ ਪਾ ਲਓ। ਕੋਈ ਵੀ ਦੁਨੀਆ ਦੀ ਕੰਟਰੀ ਦੀ ਐਮਬੈਸੀ ਇਹ ਨਹੀਂ ਕਹਿੰਦੀ ਤੁਹਾਡੇ ਕਾਲਜ ਦੀ ਫੀਸ, ਤੁਹਾਡੇ ਰਹਿਣ ਸਹਿਣ ਦਾ ਖਰਚਾ ਤੁਹਾਡਾ ਏਜੰਟ ਪੇ ਕਰੇ। ਉਹ ਕਹਿੰਦੀ ਤੁਹਾਡੇ ਮਾਂ ਪਿਓ ਕੋਲ ਪੈਸੇ ਹੋਣੇ ਜ਼ਰੂਰੀ ਹੈ। ਜੋ ਤੁਸੀਂ ਐਪਲੀਕੇਸ਼ਨ ਫਾਰਮ ਫਿਲ ਕਰਦੇ ਹੋ ਨਾ, ਉੱਥੇ ਸਭ ਕੁਝ ਭਰਿਆ ਜਾਂਦਾ, SOP 'ਚ ਲਿਖਿਆ ਜਾਂਦਾ ਕਿ ਮੈਂ ਆਪਦੀ ਸਾਲ ਦੀ ਫੀਸ ਪੇ ਕੀਤੀ ਹੈ, ਮੇਰਾ ਸਾਲ ਦਾ ਰਹਿਣ ਸਹਿਣ ਦਾ ਖਰਚਾ। ਕੈਨੇਡਾ ਦੀ ਗੱਲ ਕਰਾਂ, GIC ਪੇਡ ਹੈ, ਲਿਖ ਕੇ ਦਿਖਾਓ SOP 'ਚ ਜਾਂ ਫਾਈਲ 'ਚ ਲਿਖ ਕੇ ਦਿਖਾਓ ਵੀ ਮੇਰੀ ਫੀਸ ਸਾਲ ਦੀ ਏਜੰਟ ਨੇ ਭਰੀ ਆ। ਕਿਹੜਾ ਮਾਈਦਲ ਵਾਲਾ ਵੀਜ਼ਾ ਲਵਾ ਕੇ ਦਿੰਦਾ, ਮੈਂ ਮੰਨਦਾ। ਫਿਰ ਕਦੀ ਵੀਜ਼ਾ ਨਹੀਂ ਲੱਗੇਗਾ ਇਹੋ ਜਿਹਾ। ਇੱਕ ਗਵਾਂਢੀ, ਇੱਕ ਚਾਚਾ, ਮਾਮਾ, ਫੁੱਫੜ ਅੱਜ ਦੀ ਡੇਟ 'ਚ ਕਿਸੇ ਦੀ ਮਦਦ ਨਹੀਂ ਕਰਦਾ, ਭਲਾ ਨਹੀਂ ਕਰਦਾ, ਤੁਹਾਡਾ ਕੰਸਲਟੈਂਟ ਤੁਹਾਡੀ ਫੀਸ ਕਿਉਂ ਭਰੇਗਾ? ਬੇਸਿਕਲੀ ਮੈਂ ਫਿਰ ਸਮਝਾ ਰਿਹਾ ਕਿ ਇਹ ਵੀਜ਼ੇ ਲਵਾਉਣ ਦਾ ਕਾਰੋਬਾਰ ਨਹੀਂ ਹੈ, ਕਰੀਅਰ ਕਾਉਂਸਲਿੰਗ ਦਾ ਕਾਰੋਬਾਰ ਹੈ। ਮੇਰੀ ਦਿੱਤੀ ਸਲਾਹ ਦੇ ਕਰਕੇ, ਤੁਹਾਡੀ ਪ੍ਰੋਫਾਈਲ ਕਰਕੇ ਵੀਜ਼ਾ ਲੱਗਦਾ। ਕੰਸਲਟੈਂਟ ਆਪਣੀ ਵੀਜ਼ਾ ਲੱਗਣ ਤੋਂ ਬਾਅਦ ਫੀਸ ਕੋਈ 10, ਕੋਈ 50, ਕੋਈ ਲੱਖ ਫੀਸ ਚਾਰਜ ਕਰਦਾ। ਬਟ ਜੇ ਕਿਹਾ ਜਾਵੇ ਕਿ ਕੰਸਲਟੈਂਟ ਫੀਸ ਤੱਕ ਭਰਦਾ ਜਾਂ ਕੰਸਲਟੈਂਟ ਪੱਲਿਓਂ ਪੈਸੇ ਲਾਉਂਦਾ, ਪੱਲਿਓਂ ਕੋਈ ਨਹੀਂ ਲਾਉਂਦਾ, ਉਹ ਤੁਹਾਡੀ ਜੁੱਤੀ ਤੁਹਾਡੇ ਸਿਰ ਤੇ ਘੁਮਾ ਕੇ ਮਾਰੀ ਜਾਂਦੀ। ਸੌਰੀ ਟੂ ਸੇ ਫॉर ਮਾਈ ਵਰਡਸ, ਬਟ ਸੱਚਾਈ ਉਹੀ ਹੈ। ਮੈਨੂੰ ਲੱਗਦਾ ਕਿ ਸ਼ਾਇਦ ਆਪਣੇ ਪੰਜਾਬੀ ਨੂੰ ਸਿੱਧੀ ਗੱਲ ਠੋਕ ਕੇ ਮੂੰਹ ਤੇ ਕੀਤੀ ਜਾਵੇ ਤਾਂ ਸ਼ਾਇਦ ਸਾਨੂੰ ਸਮਝ ਇਦਾਂ ਲੱਗਣੀ ਹੈ, ਸਮਝ ਇਦਾਂ ਲੱਗਣੀ। ਸੋ ਫੀ ਆਫਟਰ ਵੀਜ਼ਾ ਵਾਲਾ ਚੱਕਰ 'ਚ ਮੈਨੂੰ ਲੱਗਦਾ ਬਚਣ 'ਚ ਹੀ ਫਾਇਦਾ। ਬਾਕੀ ਮੈਂ ਫਿਰ ਵੀ ਕਈ ਵਾਰ ਕਹਿੰਦਾ ਕਿ ਯਾਰ ਜੇ ਤੁਹਾਡੇ ਮਾਂ ਪਿਓ ਕੋਲ ਵਾਕਈ ਜ਼ਿਆਦਾ ਪੈਸਾ ਹੈਗਾ, ਤੁਸੀਂ 2, 4, 5 ਲੱਖ ਵੱਧ ਦੇਣਾ ਚਾਹੁੰਦੇ ਹੋ ਤਾਂ ਠੀਕ ਹੈ, ਜਾ ਕੇ ਦਿਓ ਕਿਸੇ ਦਫ਼ਤਰ 'ਚ। ਜੋ ਐਕਚੁਅਲ ਤੌਰ ਤੇ ਖਰਚਾ ਤੁਹਾਡੀ ਕਾਲਜ ਯੂਨੀਵਰਸਿਟੀ ਫੀਸ ਹੈ ਤੁਸੀਂ ਆਪ ਪੇ ਕਰਦੇ ਹੋ, ਤੁਹਾਡੇ ਜਿਹੜੇ ਐਮਬੈਸੀ ਫੀਸ ਤੁਸੀਂ ਆਪ ਪੇ ਕਰਦੇ ਹੋ। ਜੇ ਤੁਹਾਡੀ ਪ੍ਰੋਫਾਈਲ ਐਲੀਜੀਬਲ ਵੀਜ਼ਾ ਲੱਗ ਜਾਏ, ਉੱਥੇ ਮੈਂ ਦੱਸਦਾ ਕਿ ਬੇਸਿਕਲੀ ਜੇ ਆਪਾਂ ਆਪਣੀ ਕੰਟਰੀ ਦੀ ਸਿਲੈਕਸ਼ਨ ਸਹੀ ਤਰੀਕੇ ਕਰ ਲਈਏ ਨਾ, ਸਾਡੀ ਕਦੀ ਰਿਫਿਊਜ਼ਲ ਆਉਣੀ ਨਹੀਂ। ਹੁਣ ਅੱਜ ਪ੍ਰੋਬਲਮ ਕਿੱਥੇ ਪੈਂਦੀ ਹੈ, ਮੈਂ ਅੱਗੇ ਵੀ ਕਈ ਵਾਰ ਕਾਫੀ ਮੇਰਾ ਡਾਇਲੋਗ 8-10 ਸਾਲ ਪਹਿਲਾਂ ਮਸ਼ਹੂਰ ਹੋਇਆ ਸੀ ਵੀ ਚੰਗਾ ਕੱਕਾ ਕੰਸਲਟੈਂਟ, ਅਗਰ ਤੁਹਾਨੂੰ ਚੰਗਾ ਕੱਕਾ ਕੰਟਰੀ, ਚੰਗਾ ਕੱਕਾ ਕਾਲਜ, ਚੰਗਾ ਕੱਕਾ ਕੋਰਸ ਦੱਸ ਦੇ ਤੇ ਚੰਗਾ ਕੱਕਾ ਕਰੀਅਰ ਬਣ ਸਕਦਾ। ਜੇ ਪਹਿਲਾ ਕੱਕਾ ਗਲਤ ਹੋ ਗਿਆ ਕੰਸਲਟੈਂਟ ਦਾ, ਸਾਰੇ ਕੱਕੇ ਖਰਾਬ ਹੋ ਜਾਣੇ। ਸੋ ਇੱਕ ਕੰਸਲਟੈਂਟ ਦਾ ਕੰਮ ਹੈ, ਜਾਂ ਇੱਕ ਬੱਚੇ ਦਾ ਵੀ ਫਰਜ਼ ਬਣਦਾ ਹੈ, ਉਸ ਕੰਸਲਟੈਂਟ ਦੀ ਚੋਣ ਕਰੇ, ਉਸ ਕੰਟਰੀ ਦੀ ਚੋਣ ਕਰੇ ਜਿੱਥੇ ਉਹਦੀ ਐਲੀਜੀਬਿਲਟੀ ਬਣਦੀ ਹੈ। ਫੋਰ ਐਗਜ਼ਾਮਪਲ, ਅੱਜ ਮੇਰੇ ਕੋਲ ਸਟੂਡੈਂਟ ਆ ਗਿਆ ਕੈਨੇਡਾ ਅਪਲਾਈ ਕਰਨਾ ਚਾਹੁੰਦਾ, ਕਿਉਂਕਿ ਬੱਚਾ ਪੰਜਾਬ ਦਾ ਰਾਤ ਨੂੰ ਸੌਂਦਾ ਜਲੰਧਰ, ਲੁਧਿਆਣੇ ਜਾਂ ਚੰਡੀਗੜ੍ਹ ਹੈ, ਪਰ ਸੁਪਨਿਆਂ 'ਚ ਘੁੰਮਦਾ ਨਿਆਗਰਾ ਫਾਲ ਜਾਂ ਵੈਨਕੂਵਰ ਸਿਟੀ 'ਚ। ਅੱਜ ਦੀ ਗੱਲ ਕਰਦਾ, ਬੱਚਾ ਆਇਆ, ਓਵਰਆਲ 6 ਬੈਂਡ ਆ, ਉਹਦੇ ਰੀਡਿੰਗ 'ਚੋਂ 5.5 ਬੈਂਡ ਸੀ। ਕਹਿੰਦਾ ਬਾਈ ਜੀ ਕੈਨੇਡਾ ਜਾਣਾ। ਮੈਂ ਕਿਹਾ ਮੇਰੇ ਛੋਟੇ ਵੀਰ 5.5 ਬੈਂਡ ਇੱਕ ਮੋਡਿਊਲ ਤੇ ਹੁਣ ਕੈਨੇਡਾ ਵੀਜ਼ਾ ਨਹੀਂ ਦੇ ਰਿਹਾ। ਹਾਂ ਸਮਾਂ ਸੀ ਅਕਤੂਬਰ ਨਵੰਬਰ 2020 ਤੱਕ 21 ਤੱਕ ਵੀਜ਼ੇ ਆਏ, ਹੁਣ ਇੱਕ ਮੋਡਿਊਲ 5.5 ਨਹੀਂ 6 ਇੰਚ ਦੇ ਵੀਜ਼ੇ ਆ ਰਹੇ। ਭਾਜੀ ਫਲਾਣਾ ਕੰਸਲਟੈਂਟ ਕਹਿੰਦਾ ਹੋ ਜਾਏਗਾ ਜਾਂ ਫਲਾਣਾ ਕਾਲਜ ਤਾਂ ਆਫਰ ਦਿੰਦਾ। ਹੁਣ ਮੈਂ ਉਹਨੂੰ ਪੁੱਛਿਆ ਵੀ ਤੇਰਾ
ਆਫਰ ਲੈਟਰ ਅਪਲਾਈ ਕਰਨਾ ਮਕਸਦ ਆ ਕਿ ਵੀਜ਼ਾ ਲੈਣਾ? ਕਹਿੰਦਾ ਭਾਜੀ ਵੀਜ਼ਾ ਲੈਣਾ। ਮੈਂ ਕਿਹਾ ਫਿਰ ਆਫਰ ਤਾਂ ਅਪਲਾਈ ਹੋ ਜਾਏਗੀ, ਉਹ ਤਾਂ ਮੈਂ ਵੀ ਕਰ ਦੂੰਗਾ, ਪਰ ਵੀਜ਼ਾ ਨਹੀਂ ਉਹ ਭਰਾ ਮੇਰੇ ਹੋਣਾ, 6 ਮਹੀਨੇ ਚਾਹੀਦੇ ਆ। ਹੁਣ ਅੱਜ ਤੇਰੀ ਐਲੀਜੀਬਿਲਟੀ ਯੂਕੇ ਬਣਦੀ, ਤੇਰੀ ਐਲੀਜੀਬਿਲਟੀ ਆਸਟ੍ਰੇਲੀਆ ਬਣਦੀ, ਕਿਉਂਕਿ ਤੇਰੇ ਬੈਂਡਸ, ਤੇਰੇ ਨੰਬਰ, ਤੇਰੇ ਜਿਹੜੇ ਜੋ ਸਕੋਰ ਚਾਹੀਦੇ ਉਹ ਪੂਰੇ ਯੂਕੇ ਜਾਂ ਆਸਟ੍ਰੇਲੀਆ ਐਲੀਜੀਬਲ ਹੈ। ਪਰ ਉਹਦੀ ਦਿਮਾਗ ਦੀ ਗਰਾਰੀ ਕੈਨੇਡਾ ਚੜੀ ਹੈ। ਮੈਨੂੰ ਪਤਾ, ਮੇਰੇ ਕੋਲ ਉੱਠ ਕੇ ਦਫ਼ਤਰ ਚਲੇ ਗਿਆ। ਉਹਨੇ ਜਦ ਤੱਕ ਮਾਂ ਦੇ ਪੁੱਤ ਨੇ ਕਿਸੇ ਕੰਸਲਟੈਂਟ ਕੋਲ ਰੁਪਈਆ 50,000 ਲੱਖ 2 ਲੱਖ ਖਰਾਬ ਨਹੀਂ ਕਰਨਾ, 2-4-6 ਮਹੀਨੇ ਖਰਾਬ ਕਰਕੇ ਹੱਥ 'ਚ ਲਵ ਲੈਟਰ ਯਾਨੀ ਕਿ ਰਿਫਿਊਜ਼ਲ ਲੈਟਰ ਨਹੀਂ ਲੈ ਕੇ ਆਉਣੀ, ਤਦ ਤੱਕ ਸਰਦਾਰ ਦੀ ਗੱਲਾਂ ਉਹਨੂੰ ਚੁਭਣੀਆਂ। ਪਰ ਸੱਚਾਈ ਇਹ ਦੋਸਤੋ ਕਿ ਅਗਰ ਕੋਈ ਕੰਸਲਟੈਂਟ ਕਿਸੇ ਕੰਟਰੀ ਲਈ ਮਨਾ ਕਰਦਾ, ਤੁਹਾਡੀ ਐਲੀਜੀਬਿਲਟੀ ਨਹੀਂ ਬਣਦੀ ਤਾਂ ਹੀ ਮਨਾ ਕਰਦਾ। ਅੱਜ ਤੁਸੀਂ ਆਪਣੇ ਆਪ ਨੂੰ ਸਿਆਣਾ ਕਰ ਲਓ, ਤੁਹਾਡੀ ਪ੍ਰੋਫਾਈਲ ਸ਼ੀਸ਼ੇ ਮੂਹਰੇ ਖੜ ਕੇ ਆਪਣੇ ਨੂੰ ਪੁੱਛ ਲਓ ਕਿਹੜੀ ਕੰਟਰੀ ਐਲੀਜੀਬਲ ਆ, ਕਿਉਂਕਿ ਅੱਜ ਦੀ ਡੇਟ 'ਚ ਹਰੇਕ YouTube ਤੇ ਬਥੇਰੀਆਂ ਵੀਡੀਓਜ਼ ਦੇਖਣ ਨੂੰ ਮਿਲ ਸਕਦੀਆਂ। ਤੁਸੀਂ ਆਪਣੇ ਨੂੰ ਸਿਆਣਾ ਕਰੋ, ਤੁਹਾਡੀ ਪ੍ਰੋਫਾਈਲ ਕਿਹੜੀ ਕੰਟਰੀ ਐਲੀਜੀਬਲ ਉੱਥੇ ਅਪਲਾਈ ਕਰੋਗੇ ਤਾਂ ਪੰਜਾਬ ਦੇ ਵਿੱਚ ਰਿਫਿਊਜ਼ਲ ਦਾ ਦੌਰ ਵੈਸੇ ਖਤਮ ਹੋ ਜਾਏਗਾ, ਜਿਹੜੀਆਂ ਧੋਖਾ ਧੜੀਆਂ ਜਾਂ ਫੀਸ ਆਊਟਰ ਵੀਜ਼ਾ ਵਾਲਾ ਕੰਮ ਆ, ਠੱਗੀ ਦਾ ਕੰਮ ਵੈਸੇ ਖਤਮ ਹੋ ਜਾਏਗਾ। ਕੋਈ ਜੇ ਅੱਜ ਬੱਚੇ ਨੂੰ ਪਤਾ ਮੇਰੀ ਪ੍ਰੋਫਾਈਲ ਇਸ ਕੰਟਰੀ ਐਲੀਜੀਬਲ ਆ, ਮੈਂ ਉਸ ਕੰਟਰੀ 'ਚ ਅਪਲਾਈ ਕਰ ਰਿਹਾ, ਵੀਜ਼ਾ ਜ਼ਰੂਰ ਲੱਗੇਗਾ। ਪ੍ਰੋਬਲਮ ਉਦੋਂ ਪੈਂਦੀ ਹੈ ਜਦੋਂ ਅਸੀਂ ਧੱਕੇ ਨਾਲ ਆਪਣੇ ਦਿਮਾਗ ਦੀ ਜਿੱਦ ਨੂੰ ਧਿਆਨ 'ਚ ਰੱਖਦੇ ਹੋਏ ਜਾਂ ਇਹ ਸੋਚਦੇ ਗਰਾਰੀ ਉਡਾ ਕੇ ਬੈਠਦੇ ਕਿ ਮੈਂ ਇਕੱਲਾ ਕੈਨੇਡਾ ਜਾਣਾ, ਐਲੀਜੀਬਿਲਟੀ ਬਣਦੀ ਨਹੀਂ, ਜਾਂ ਮੈਂ ਇਕੱਲਾ ਆਸਟ੍ਰੇਲੀਆ ਜਾਣਾ, ਐਲੀਜੀਬਿਲਟੀ ਬਣਦੀ ਨਹੀਂ। ਉਦੋਂ ਅਸੀਂ ਧੱਕੇ ਨਾਲ ਅਪਲਾਈ ਕਰਕੇ ਜਾਂ ਟਰਾਈ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਉਦੋਂ ਪੈਸੇ ਖਰਾਬ ਹੁੰਦੇ। ਪਰ ਉਹੀ ਤਾਂ ਕਿ ਸਾਨੂੰ ਸਮਾਰਟ ਬਣਨਾ ਪੈਣਾ, ਤੇ ਸ਼ਾਇਦ ਅਸੀਂ ਸਮਾਰਟਨੈਸ ਉੱਥੇ ਦਿਖਾਉਂਦੇ ਜਿੱਥੇ ਸਾਨੂੰ ਦਿਖਾਉਣੀ ਚਾਹੀਦੀ ਹੈ, ਹਨਾ। ਅਸੀਂ ਫਾਲਤੂ ਗੱਲਾਂ ਕਰਕੇ ਆਪਣਾ ਦਿਮਾਗ ਚਲਾ ਲੈਂਦੇ ਕਿ ਨਹੀਂ ਤੈਨੂੰ ਨਹੀਂ ਪਤਾ, ਮੈਨੂੰ ਪਤਾ। ਹੁਣ ਇੱਕ ਬੰਦਾ ਮੰਨ ਲਓ ਜੇ ਕੋਈ ਬਾਹਰ ਚਲ ਗਿਆ, ਉਹ ਏਜੰਟ ਪਹਿਲਾਂ ਬਣ ਜਾਂਦਾ, ਉਹ ਯਾਰ ਮੈਂ ਗਿਆ ਮੈਨੂੰ ਪੁੱਛ ਲਾ ਆ ਗਏ, ਹਨਾ। ਫਿਰ ਉਹਨੇ ਸਲਾਹ ਦੇ ਕੇ ਯਾਰ ਦੋਸਤ ਹੋਰ ਖਰਾਬ ਕਰਨਾ, ਉਹ ਅੱਗੇ ਤੋਂ ਅੱਗੇ ਚੇਨ ਬਣਦੀ ਜਾਣੀ, ਆਪਾਂ ਸਹੀ ਸਲਾਹ ਲੈਣ ਜਾਂਦੇ ਨਹੀਂ। ਚਲੋ ਹੁਣ ਆਪਾਂ ਗੱਲ ਕਰਦੇ ਮੈਂ ਆਰਐਸ ਗਲੋਬਲ ਦੀ। ਤਾਂ ਤੁਹਾਨੂੰ 15 ਸਾਲ ਹੋ ਗਏ ਸਰ ਕੰਮ, ਤੁਸੀਂ ਸਟਾਰਟਿੰਗ ਕਿਵੇਂ ਕੀਤੀ? ਕਿਉਂਕਿ ਤੁਸੀਂ ਕਿਹਾ ਕਿ ਤੁਸੀਂ ਪਹਿਲਾਂ ਰਿਫਿਊਜ਼ਲ ਲੈ ਕੇ ਫਿਰ ਤੁਸੀਂ ਸਟੱਡੀ ਕਰਕੇ ਫਿਰ ਵਾਪਸ ਆਏ ਹੋ। ਕੋਈ ਹੋਰ ਬਿਜ਼ਨਸ ਨਹੀਂ ਸੋਚਿਆ ਕਿ ਨਹੀਂ ਇਮੀਗ੍ਰੇਸ਼ਨ ਨਹੀਂ ਕਰਨੀ ਜਾਂ ਆਪਾਂ ਕਰੀਅਰ ਕਾਉਂਸਲਿੰਗ ਕਰਨੀ? ਬੜਾ ਵਧੀਆ ਸਵਾਲ ਤੁਹਾਡਾ। 2003 ਦੇ ਵਿੱਚ ਜਦੋਂ ਮੇਰੀ ਰਿਫਿਊਜ਼ਲ ਆਈ, ਤਕਰੀਬਨ ਜੂਨ ਜੁਲਾਈ ਦੀ ਗੱਲ ਹੈ, ਤੇ 2-3 ਮਹੀਨੇ ਮੈਂ ਵੀ ਪਰੇਸ਼ਾਨ ਰਿਹਾ, ਕਿਉਂਕਿ ਉਦੋਂ ਮੇਰੀ ਵੀ ਫਿਰ ਨਵੀਂ ਸਟੂਡੈਂਟ ਲਾਈਫ ਸ਼ੁਰੂ ਹੋਣੀ ਸੀ। ਬੜੇ ਸੁਪਨੇ ਸੀ ਮੇਰੇ ਵੀ, ਰਾਤ ਨੂੰ ਸੁਪਨਿਆਂ 'ਚ ਫਿਰ ਯੂਕੇ ਦੇ ਆਫਟਰ 12ਵੀਂ ਤੋਂ ਬਾਅਦ ਕਿ ਗ੍ਰੈਜੂਏਸ਼ਨ ਤੋਂ ਬਾਅਦ ਤੋ ਮੇਰੇ ਵੀ ਸੁਪਨਿਆਂ 'ਚ ਉਦੋਂ ਫਿਰ ਯੂਕੇ ਦੇ ਸਾਰੇ ਵਧੀਆ ਸੀਨ ਘੁੰਮਦੇ ਸੀ, ਵਧੀਆ ਗੋਰੀਆਂ ਮੇਮਾਂ ਦੇ ਸੁਪਨੇ ਹੁੰਦੇ ਸੀ, ਹੁੰਦਾ ਨਾ ਜੋ ਬੰਦਾ ਨਵਾਂ ਹੁੰਦਾ। ਤੇ ਉਹ ਚੀਜ਼ ਜੋ ਸੁਪਨਾ ਟੁੱਟਾ ਬੜਾ ਲੱਗਾ ਯਾਰ, ਬੜਾ ਔਖਾ ਕੰਮ ਹੋ ਗਿਆ। ਮੈਂ ਇਹ ਨਹੀਂ ਕਹੂੰਗਾ ਕਿ ਮੇਰੇ ਨਾਲ ਏਜੰਟ ਨੇ ਚੀਟਿੰਗ ਕੀਤੀ ਜਾਂ ਠੱਗੀ ਮਾਰੀ, ਛੱਡੋ, ਮੈਂ ਆਪ ਅਵੇਅਰ ਨਹੀਂ ਸੀ। ਕਨਕਲੂਜਨ ਕੀ ਕੱਢਿਆ ਕਿ ਮੈਂ ਆਪ ਸਿਆਣਾ ਨਹੀਂ ਸੀ, ਮੈਂ ਆਪ ਅਵੇਅਰ ਨਹੀਂ ਸੀ, ਤਾਂ ਮੇਰੇ ਨਾਲ ਰਿਫਿਊਜ਼ਲ ਆਈ। ਆਪ ਸਿਆਣਾ ਹੋਇਆ, 3-4 ਮਹੀਨੇ ਆਪ ਰਿਸਰਚ ਕੀਤੀ ਕਿ ਯੂਕੇ ਵੀ ਹੈ, ਜਾਨੀ ਕਿ ਯੂਕੇ ਐਮਬੈਸੀ ਮੰਗਦੀ ਕੀ ਹੈ, ਕੀ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ, ਕਿੱਦਾਂ ਵੀਜ਼ਾ ਲੱਗਦਾ, ਪ੍ਰੋਸੀਜਰ ਕੀ ਹੈ, ਫੋਲੋ ਪੂਰਾ ਕੀਤਾ। ਪੁਆਇੰਟ ਬੇਸ ਸਿਸਟਮ ਉਦੋਂ ਨਹੀਂ ਸੀਗਾ, Tier 4 ਆਪਦਾ ਵੀਜ਼ਾ ਅਪਲਾਈ ਕੀਤਾ, ਪੜ੍ਹਾਈ ਕੀਤੀ। ਮੇਰੇ ਕੋਲ ਉੱਥੇ ਵੀ ਪੱਕੇ ਹੋਣ ਦੇ ਆਪਸ਼ਨ ਸੀ, ਮੇਰੇ ਕੋਲ ਉੱਥੇ ਵੀ ਸੈਟਲ ਹੋਣ ਦੀ ਆਪਸ਼ਨ ਸੀ। ਪਰ ਮੈਂ ਸੋਚਿਆ ਮੇਰੇ ਵਰਗੇ ਪੰਜਾਬ 'ਚ ਹਜ਼ਾਰਾਂ ਹੀ ਨੌਜਵਾਨ ਇਹੋ ਜਿਹੇ ਬੈਠੇ ਆ ਜਿਹੜੇ ਰਿਫਿਊਜ਼ਲ ਲਵਾ ਕੇ ਮੱਥਾ ਫੜ ਕੇ ਬਹਿ ਜਾਂਦੇ, ਮੇਰੇ ਹੱਥ ਦੀ ਲਕੀਰਾਂ 'ਚ ਇੰਗਲੈਂਡ ਨਹੀਂ ਲਿਖਿਆ ਜਾਂ ਕੈਨੇਡਾ ਜਾਂ ਯੂਕੇ ਜਾਂ ਆਸਟ੍ਰੇਲੀਆ ਨਹੀਂ ਲਿਖਿਆ, ਆਪਾਂ ਜਾ ਕੇ ਉਹਨੂੰ ਕਿਉਂ ਨਹੀਂ ਸਰਵਿਸ ਦਿੰਦੇ। ਮੈਂ ਵਾਪਸ ਆਇਆ, ਵਾਪਸ ਆ ਕੇ ਇੱਥੇ ਸ਼ੁਰੂ ਕੀਤਾ, ਲੋਕਾਂ ਨੇ ਪਿਆਰ ਦਿੱਤਾ, 2-4 ਵੀਜ਼ੇ ਲਵਾਏ, ਵਧੀਆ ਪੈਸੇ ਵੀ ਕਮਾਏ, ਤੇ ਉਦੋਂ ਨਵੇਂ ਪੈਸੇ ਹੁੰਦੇ ਹਰ ਕੋਈ ਚੰਗੇ ਲੱਗਦੇ। ਫਿਰ ਹੌਲੀ ਕਰਕੇ ਇਹ ਬਿਜ਼ਨਸ ਤੋਂ ਮੇਰਾ ਪੈਸ਼ਨ ਬਣ ਗਿਆ ਕਿ ਯਾਰ ਬੱਚਿਆਂ ਨੂੰ ਗਾਈਡ ਕਰਨਾ। ਅੱਜ ਦੀ ਡੇਟ 'ਚ ਮੇਰਾ ਪ੍ਰੋਫੈਸ਼ਨ ਬਿਜ਼ਨਸ ਘੱਟ ਆ, ਠੀਕ ਆ, ਰੋਜੀ ਰੋਟੀ ਸਭ ਨੇ ਕਮਾਉਣੀ, ਮੇਰਾ ਵੀ ਬ੍ਰੈਡ ਐਂਡ ਬਟਰ ਆ। ਬਟ ਜਦੋਂ ਮੇਰੇ ਦਫ਼ਤਰ 'ਚ ਮੇਰੇ ਟੇਬਲ ਦੇ ਮੂਹਰੇ ਜਦੋਂ ਸਟੂਡੈਂਟ ਬੈਠਦਾ ਨਾ, ਉਸ ਸਟੂਡੈਂਟ 'ਚ ਮੈਂ ਅੱਜ ਤੋਂ ਹੀ 15 ਸਾਲ ਪੁਰਾਣਾ ਰਾਹੀ ਦੇਖਣ ਦੀ ਕੋਸ਼ਿਸ਼ ਕਰਦਾ ਕਿ ਮੈਂ ਇਹਨੂੰ ਚੰਗਾ ਸਰਵ ਕਰਾਂ, ਕਿਤੇ ਕੱਲ੍ਹ ਨੂੰ ਇਹਦੀ ਰਿਫਿਊਜ਼ਲ ਨਾ ਆਵੇ। ਸੋ ਅੱਜ ਦੀ ਡੇਟ 'ਚ ਤੁਸੀਂ ਲੋਕਾਂ ਨੇ ਤੁਹਾਨੂੰ ਬੜਾ ਪਿਆਰ ਦਿੱਤਾ, ਸਾਡੀ ਕੰਪਨੀ ਦਾ ਨਾਮ ਹੀ ਰਿਫਿਊਜ਼ਲ ਕੇਸ ਐਕਸਪਰਟ ਕਹਾਉਂਦੇ ਆ। ਅੱਜ ਵੀ ਦਫ਼ਤਰ 'ਚ ਮੇਰੇ ਕੋਲ 10 ਪਿੱਛੇ 8 ਬੱਚੇ 1 2 3 4 5 ਵਾਰ ਰਿਫਿਊਜ਼ਲ ਹੋ ਕੇ ਆਉਂਦੇ ਆ। ਅੱਜ ਇੱਕ ਸਟੂਡੈਂਟ ਆਇਆ 2011 ਦਾ, ਮੈਨੂੰ ਜਾਣਦਾ ਸੀ, ਉਹਦਾ ਭਰਾ ਲਈ ਯੂਕੇ ਭੇਜਿਆ ਸੀ, ਕਹਿੰਦਾ ਭਾਜੀ ਆਹ ਬੱਚਾ ਮੇਰਾ ਦੋਸਤ ਆਇਆ, 4 ਰਿਫਿਊਜ਼ਲ ਵਾ ਚੁੱਕਾ ਕੈਨੇਡਾ ਦੇ ਜਲੰਧਰ ਦੇ ਕਿਸੇ ਵੱਡੇ ਏਜੰਟ ਤੋਂ। ਤੇ ਮੈਂ ਕਿਹਾ ਭਾਈ ਤੂੰ ਪੁਰਾਣਾ ਜਾਣਦਾ 10 ਸਾਲ ਤੋਂ, ਤੇ ਉਦੋਂ ਲੈ ਆਉਂਦਾ, ਕਹਿੰਦਾ ਭਾਜੀ ਉਦੋਂ ਇਹਨੂੰ ਮੇਰੇ ਬਾਰੇ, ਉਦੋਂ ਇਹਨੂੰ ਤੁਹਾਡੇ ਬਾਰੇ ਪਤਾ ਨਹੀਂ ਸੀ। ਸੋ ਬੇਸਿਕਲੀ ਮੇਰੀ ਕੋਸ਼ਿਸ਼ ਹੁੰਦੀ ਕਿ ਯਾਰ ਬੱਚਿਆਂ ਨੂੰ ਇੱਕ ਚੰਗਾ ਗਾਈਡ ਕੀਤਾ ਜਾਵੇ, ਕਿਉਂਕਿ ਵੀਜ਼ਾ ਲਵਾਉਣਾ ਕਾਰੋਬਾਰ ਨਹੀਂ ਆ, ਕਿਸੇ ਦੀ ਜ਼ਿੰਦਗੀ ਬਣਾਉਣਾ, ਕਿਸੇ ਦੀ ਜ਼ਿੰਦਗੀ 'ਚ ਇੱਕ ਵੈਲਿਊ ਐਡ ਕਰਨੀ ਇੱਕ ਵਧੀਆ ਕਾਰੋਬਾਰ ਆ। ਜਿੱਥੋਂ ਆਰਐਸ ਗਲੋਬਲ ਦਾ ਸਵਾਲ ਆ, 15 ਸਾਲ ਤੋਂ ਸਰਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹੈੱਡ ਆਫਿਸ ਜਲੰਧਰ 'ਚ। ਹੁਣ ਜਲੰਧਰ ਤੁਸੀਂ ਕਹਿੰਦੇ ਸਾਰੇ ਜਲੰਧਰ 'ਚ ਨਹੀਂ ਹੈ, ਬੇਸਿਕਲੀ ਦੁਆਬਾ ਬੈਲਟ ਦੇ ਲੋਕ ਹੀ ਸਭ ਤੋਂ ਪਹਿਲਾਂ ਬਾਹਰ ਗਏ ਸੀ। ਜੇ ਮੈਂ ਗੱਲ ਕਰਾਂ ਅੱਜ ਤੋਂ 40 ਸਾਲ ਪਹਿਲਾਂ ਜਾਂ 50 ਸਾਲ ਪਹਿਲਾਂ, ਜੇ ਅੱਜ ਵੀ ਆਪਾਂ ਯੂਰਪ ਕੰਟਰੀ ਜ਼ਿਆਦਾ ਵੇਖੀ, ਜਿਹੜੇ ਜ਼ਿਆਦਾ ਡੋਂਕੀਆਂ ਲਾ ਕੇ ਜਾਂਦੇ ਨੇ, ਜਾਂ ਜਿਹੜੇ ਅੱਤਵਾਦ ਦੇ ਹਾਲਾਤ ਵਿੱਚ ਆਪਣੇ ਆਪ ਨੂੰ ਜਦੋਂ ਗਏ, ਕਿਉਂਕਿ ਵੀ ਇੱਥੇ ਬੇਸ਼ੱਕ ਅੱਤਵਾਦ ਜਿਹੜਾ ਜ਼ਿਆਦਾ ਮਾਝੇ ਸ਼ੁਰੂ ਹੁੰਦਾ ਦੁਆਬੇ ਮਾਲ ਵਿੱਚ ਗਿਆ ਸੀ। ਬਟ ਬੇਸਿਕਲੀ ਇਹ ਜਿਹੜਾ ਪ੍ਰਵਾਸ ਦਾ ਦੌਰ ਅੱਜ ਦਾ ਨਹੀਂਗਾ, ਘੱਟੋ ਘੱਟ 4-5 ਦਹਾਕੇ ਪੁਰਾਣਾ। ਜ਼ਿਆਦਾ ਪੂਰ ਫੜਿਆ ਇਹਨੇ ਜਦੋਂ ਅੱਤਵਾਦ ਦਾ ਦੌਰ ਸੀ 80-84 ਦੇ ਦਹਾਕਿਆਂ 'ਚ। ਲੋਕ ਉਦੋਂ ਅਮਰੀਕਾ, ਕੈਨੇਡਾ, ਜਰਮਨੀ ਬਹੁਤ ਲੋਕ ਸੈਟਲ ਹੋਏ। ਸੋ ਹੌਲੀ ਕਰਕੇ ਪਹਿਲਾਂ ਉਹ ਇੱਕ ਲੋੜ ਸੀ, ਫਿਰ ਸਟੇਟਸ ਸਿੰਪਲ ਬਣ ਗਿਆ, ਅੱਜ ਫਿਰ ਲੋੜ ਬਣ ਚੁੱਕਾ। ਇੱਕ ਸਮਾਂ ਸੀ ਜਦੋਂ ਕਾਲਜਾਂ ਦੇ ਵਿੱਚ ਬੀਟੈਕ ਕਰਕੇ ਇੰਜੀਨੀਅਰ ਬਹੁਤ ਪੈਦਾ ਹੋ ਗਏ ਸੀ, ਹੈ ਨਾ। ਹਰ ਬੱਚੇ ਨੂੰ ਪੁੱਛੋ ਕੀ ਕਰਦਾ, ਮੈਂ ਬੀਟੈਕ ਕਰਦਾ। ਅੱਜ ਉਹ ਬੀਟੈਕ ਵਾਲੇ ਕਾਲਜ ਸਾਰੇ ਖਾਲੀ ਪਏ, ਅੱਜ ਕਿੱਥੇ ਆਇਲ ਸੈਂਟਰ ਸਾਰੇ ਭਰੇ ਪਏ ਆ।
ਸੋ ਹੌਲੀ ਹੌਲੀ ਕਰਕੇ ਇਸ ਪੇਸ਼ੇ ਨੇ ਬਹੁਤ ਚੇਂਜ ਲਿਆਂਦਾ। ਕਿਤੇ ਨਾ ਕਿਤੇ ਕਬੂਤਰਬਾਜੀ ਹੁੰਦਾ ਸੀ ਪਹਿਲਾਂ, ਡੋਂਕੀ ਲਾ ਕੇ ਜੀ ਮੈਕਸੀਕੋ ਥਾਣੀ ਚਲ ਗਏ ਜਾਓ। ਖੈਰ ਅੱਜ ਵੀ ਲੋਕ ਜਾਂਦੇ ਨੇ, ਆਪਾਂ ਕਦੀ ਇਸ ਚੀਜ਼ ਨੂੰ ਪ੍ਰਮੋਟ ਨਾ ਕੀਤਾ, ਨਾ ਕਦੀ ਕਰਨ ਦੀ ਕੋਸ਼ਿਸ਼ ਕੀਤੀ, ਔਰ ਮੈਂ ਬਿਲਕੁਲ ਇਹਦੇ ਖਿਲਾਫ ਹਾਂ। ਬਟ ਕਿਤੇ ਨਾ ਕਿਤੇ ਕਬੂਤਰਬਾਜੀ ਤੋਂ ਉੱਠ ਕੇ ਹੁੰਦਾ ਹੋਇਆ ਇਹ ਪੇਸ਼ਾ ਵੀਜ਼ੇ ਦਾ ਕਾਰੋਬਾਰ ਅੱਜ ਕਰੀਅਰ ਕਾਉਂਸਲਿੰਗ ਤੱਕ ਬਣਿਆ। ਸੋ ਚੰਗੇ ਤਰੀਕੇ ਕੰਮ ਕਰੀਏ, ਬੜੀ ਵਧੀਆ ਰੱਬ ਰੋਟੀ ਦਿੰਦਾ। ਅੱਜ 3 ਦਫ਼ਤਰ ਨੇ, ਜਲੰਧਰ ਵਿੱਚ ਹੈ ਜੀ, ਮੋਹਾਲੀ ਵਿੱਚ, ਅੰਮ੍ਰਿਤਸਰ ਦੇ ਵਿੱਚ, 3 ਦਫ਼ਤਰ ਕੈਨੇਡਾ 'ਚ ਨੇ, ਕਿਉਂਕਿ ਕੈਨੇਡਾ ਦੇ ਵਿੱਚ ਬੱਚੇ ਨੂੰ ਜਾਣ ਤੋਂ ਬਾਅਦ ਉੱਥੇ ਅੱਗੇ ਵਰਕ ਪਰਮਿਟ, PR ਲੈਣ ਤੱਕ ਦੀਆਂ ਬੜੀਆਂ ਮੁਸ਼ਕਿਲਾਂ ਸਾਹਮਣਾ ਕਰਨਾ ਪੈਂਦਾ। ਸੋ ਬੇਸਿਕਲੀ ਪਹਿਲਾਂ ਇੱਕ ਦਫ਼ਤਰ ਮਿਸੀਸਾਗਾ ਖੋਲ੍ਹਿਆ, ਦੂਜਾ ਵਿਨੀਪੈਗ ਖੋਲ੍ਹਿਆ, ਹੁਣ ਤੀਜਾ ਐਡਮਿੰਟਨ 'ਚ ਆ, ਤੇ ਇੱਕ ਆਫਿਸ ਸਾਡਾ ਆਸਟ੍ਰੇਲੀਆ ਵਿੱਚ ਮੈਲਬਰਨ ਦੇ ਵਿੱਚ, ਕਿਉਂਕਿ ਸਾਡੀ ਕੰਪਨੀ ਦਾ ਮਕਸਦ ਇਕੱਲਾ ਵੀਜ਼ਾ ਲਵਾ ਕੇ ਬਾਏ ਬਾਏ ਕਹਿਣਾ ਨਹੀਂਗਾ। ਵੀਜ਼ਾ ਲਵਾਉਣ ਤੋਂ ਬਾਅਦ ਪੋਸਟ ਲੈਂਡਿੰਗ ਸਰਵਿਸ ਦਿੰਦੇ ਨਿਆਣੇ ਨੂੰ। ਕਿਸੇ ਕੋਲ ਰਹਿਣ ਦਾ ਪ੍ਰਬੰਧ ਨਹੀਂ ਆ, ਕਿਸੇ ਨੂੰ 에ਅਰਪੋਰਟ ਤੋਂ ਪਿਕਅਪ ਚਾਹੀਦੀ ਆ, ਕਿਸੇ ਨੂੰ ਪਾਰਟ ਟਾਈਮ ਜੌਬ 'ਚ ਹੈਲਪ ਚਾਹੀਦੀ ਆ, ਬਾਅਦ 'ਚ ਵਿਆਹ ਕਰਾ ਕੇ ਆਪਦੇ ਸਪਾਊਸ ਨੂੰ ਸੱਦਣਾ, ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਆ, ਕੱਲ੍ਹ ਨੂੰ PR ਅਪਲਾਈ ਕਰਨੀ ਆ। ਸੋ ਬੇਸਿਕਲੀ ਇੱਕ ਵੀਜ਼ੇ ਦਾ ਜਿਹੜਾ ਕਾਰੋਬਾਰ ਆ ਉਹ ਇਕੱਲੇ ਸਟੂਡੈਂਟ ਵੀਜ਼ਾ ਲਵਾ ਕੇ ਨਹੀਂ ਮੁੱਕਣਾ, PR ਤੱਕ ਬਾਂਹ ਅਸੀਂ ਬੱਚੇ ਦੀ ਫੜਦੇ। ਮੈਂ ਤੁਹਾਨੂੰ ਉਹੀ ਕਹਿਣਾ, ਕਿਉਂਕਿ ਮੇਨ ਮਕਸਦ ਸਾਡਾ ਕੀ ਹੁੰਦਾ ਸੀ ਕਿ ਸਾਡਾ ਮੁੰਡਾ ਜਾਂ ਸਾਡੀ ਕੁੜੀ ਕਾਕਾ ਜਾ ਕੇ ਬਾਹਰ ਜਾ ਕੇ ਪੱਕਾ ਹੋ ਜਾਵੇ, ਹੈ ਨਾ। ਕਿਉਂਕਿ ਸਟੂਡੈਂਟ ਵੀਜ਼ਾ ਲਵਾ ਤਾਂ ਚਲੋ ਨੋ ਡਾਊਟ 3 ਸਾਲ ਜਾਂ 2 ਸਾਲ ਸਟੱਡੀ ਕਰਕੇ, ਗ੍ਰੈਜੂਏਸ਼ਨ ਮਾਸਟਰ ਜਿਵੇਂ ਵੀ ਕਰਕੇ, ਲੇਕਿਨ ਇੱਕ ਜੋ ਮੇਨ ਮਕਸਦ ਹੁੰਦਾ ਕਿ ਸਾਡਾ ਬੱਚਾ ਬਾਹਰ ਜਾ ਕੇ ਪੱਕਾ ਹੋ ਜਾਵੇ, ਹੈ ਨਾ। ਤਾਂ ਉਹਦਾ ਕੀ ਪ੍ਰੋਸੈਸ ਹੈ ਭਾਜੀ? ਹਰੇਕ ਕੰਟਰੀ ਵਿੱਚ ਨਾ, ਜਿਵੇਂ ਕੈਨੇਡਾ ਦੀ ਗੱਲ ਕਰਾਂ ਜਾਂ ਆਸਟ੍ਰੇਲੀਆ ਦੀ ਗੱਲ ਕਰਾਂ ਜਾਂ ਨਿਊਜ਼ੀਲੈਂਡ ਦੀ ਗੱਲ ਕਰਾਂ ਜਾਂ UK ਦੀ ਗੱਲ ਕਰਾਂ, ਹਰ ਕੰਟਰੀ ਦਾ ਨਾ ਆਪਣੇ ਆਪਣੇ ਪਾਲਿਸੀਜ਼, ਰੂਲਸ, ਰੈਗੂਲੇਸ਼ਨਸ ਨੇ। ਮੋਸਟਲੀ ਜੇ ਮੈਂ ਕਨਕਲੂਜਨ ਕੱਢਾਂ ਤਾਂ ਉਹ ਕੀ ਕਹਿੰਦੇ ਨੇ ਕਿ ਸਟੱਡੀ, ਵਰਕ ਐਂਡ ਸੈਟਲ। ਸਾਡੀ ਕੰਟਰੀ ਜਾ ਕੇ ਪੜ੍ਹਾਈ ਕਰੋ, ਡਿਗਰੀ ਕਰੋ, ਡਿਪਲੋਮਾ ਕਰੋ, ਜਿਹਦੀ ਰਿਕੁਆਇਰਮੈਂਟ ਆ। ਪੜ੍ਹਾਈ ਤੋਂ ਬਾਅਦ ਸੇਮ ਫੀਲਡ 'ਚ ਜੌਬ ਲੱਭੋ, ਕਿਉਂਕਿ ਹਰ ਕੰਟਰੀ 2 ਤੋਂ 4 ਸਾਲ ਦਾ ਵਰਕ ਪਰਮਿਟ ਦਿੰਦੀ ਪੜ੍ਹਾਈ ਤੋਂ ਬਾਅਦ ਸਟੂਡੈਂਟ ਨੂੰ, ਜਿਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਕਿਹਾ ਜਾਂਦਾ। ਉਸ ਵਰਕ ਪਰਮਿਟ ਤੁਸੀਂ ਆਪਦੇ ਪੁਆਇੰਟ ਪੂਰੇ ਕਰੋ। ਆਸਟ੍ਰੇਲੀਆ ਵਿੱਚ ਆਸਟ੍ਰੇਲੀਆ ਵਾਲੇ, ਕੈਨੇਡਾ 'ਚ ਕੈਨੇਡਾ ਵਾਲੇ, UK 'ਚ UK ਵਾਲੇ, ਆਪਣੀ PR ਲੈ ਲਓ। ਸੋ ਬੇਸਿਕਲੀ ਬੱਚਾ ਜਾਂਦਾ ਸੈਟਲ ਹੋਣੀ ਹੈ, ਕਿਸੇ ਦਾ ਪੜ੍ਹਾਈ ਕਰਨਾ ਮਕਸਦ ਨਹੀਂ ਹੁੰਦਾ। ਇਹ ਬਹਾਨਾ ਪਿਛਲੇ 10-15 ਸਾਲ ਤੋਂ ਬਣ ਗਿਆ ਕਿ ਚਲੋ ਪੜ੍ਹਾਈ ਦੇ ਬਹਾਨੇ ਚਲ ਜੀ ਸਟੱਡੀ ਵੀਜ਼ਾ। ਹਾਂ, ਇਹਦੇ ਨਾਲ ਇਹ ਵੀ ਚਲੋ ਬੱਚਾ ਉੱਥੇ ਜਾ ਕੇ ਗ੍ਰੈਜੂਏਟ ਹੁੰਦਾ, ਉੱਥੇ ਪੜ੍ਹਾਈਆਂ ਕਰਦਾ, ਪੜ੍ਹਾਈ ਕਰਕੇ ਜੌਬ ਕਰਦਾ, PR ਵੀ ਹੁੰਦਾ। ਪਰ ਜਦੋਂ ਅਸੀਂ ਰਸਤੇ ਗਲਤ ਇੱਥੋਂ ਇਖਤਿਆਰ ਕਰ ਲੈਣੇ ਨਾ, ਉਦੋਂ PR ਤਾਂ ਦੂਰ ਦੀ ਗੱਲ, ਆਪਾਂ ਨੂੰ ਵੀਜ਼ੇ ਤੱਕ ਨਹੀਂ ਮਿਲਦੇ, ਇੱਥੇ ਰਿਫਿਊਜ਼ਲ ਸਾਹਮਣਾ ਕਰਨਾ ਪੈਂਦਾ। ਇੱਕ ਮੋਟੇ ਜਿਹੇ ਨਟਸ਼ਲ ਸਮਝਾ ਦਿਆਂ। ਜਿਹੜਾ ਤਾਂ ਬੱਚਾ ਰੀਸੈਂਟ ਪਾਸ ਆਊਟ ਹੈ, ਯਾਨੀ ਕਿ ਅੱਜ 2022 ਚੱਲਦਾ ਪਿਆ, 2021 ਪੜ੍ਹਿਆ ਬੱਚਾ, 75% ਤੋਂ ਉੱਪਰ ਨੰਬਰ, IELTS 6 ਤੋਂ 6.5 7 ਬੈਂਡ, ਇਹੋ ਜਿਹਾ ਬੱਚਾ ਕਦੀ ਠੱਗੀ ਦਾ ਸ਼ਿਕਾਰ ਨਹੀਂ ਹੁੰਦਾ, ਕਿਉਂਕਿ ਬੱਚਾ ਖੁਦ ਐਜੂਕੇਟਡ ਆ, ਖੁਦ ਉਹਨੇ ਕਾਫੀ ਰਿਸਰਚ ਕੀਤੀ। ਕਿਉਂਕਿ ਜਿਹੜਾ ਬੱਚਾ 6 6.5 ਬੈਂਡ ਲੈ ਸਕਦਾ ਨਾ, ਉਹਨੇ ਆਪਣੇ ਲੈਵਲ ਤੇ ਰਿਸਰਚ ਕਾਫੀ ਕੀਤੀ ਹੁੰਦੀ ਹੈ। ਔਰ ਇਦਾਂ ਦੇ ਬੱਚੇ ਨੇ ਵੀਜ਼ੇ ਵੀ ਕਿਸੇ ਵੀ ਕੰਟਰੀ ਅਪਲਾਈ ਕਰ ਲਓ, ਤੁਸੀਂ ਕੈਨੇਡਾ ਕਰ ਲਓ, UK ਕਰ ਲਓ, ਆਸਟ੍ਰੇਲੀਆ ਕਰ ਲਓ, ਅਮਰੀਕਾ ਕਰ ਲਓ, ਯੂਰਪ 'ਚ ਮੈਂ ਘੱਟੋ ਘੱਟ 15 ਕੰਟਰੀ 'ਚ ਬੱਚੇ ਭੇਜਦਾ, ਜਿੱਥੇ ਮਰਜ਼ੀ ਅਪਲਾਈ ਕਰ ਲਓ, ਇਦਾਂ ਦੀ ਪ੍ਰੋਫਾਈਲ ਦਾ ਵੀਜ਼ਾ ਲੱਗ ਹੀ ਜਾਣਾ। ਰੀਸੈਂਟ ਪਾਸ ਆਊਟ, ਫਸਟ ਡਿਵੀਜ਼ਨ ਪਾਸ, IELTS 6 ਤੋਂ 7 ਬੈਂਡ, ਇਸ ਬੱਚੇ ਦਾ ਵੀਜ਼ਾ ਲੱਗ ਜਾਣਾ, ਜਿੱਥੇ ਮਰਜ਼ੀ ਅਪਲਾਈ ਕਰ ਲਓ। ਪ੍ਰੋਬਲਮ ਕਿੱਥੇ ਪੈਂਦੀ ਹੈ? ਠੱਗੀ ਕਿੱਥੇ ਸ਼ੁਰੂ ਹੁੰਦੀ ਹੈ? ਜਿਹੜਾ ਵਿਚਾਰਾ ਮੇਰੇ ਵਰਗਾ 72 2-4 ਸਾਲ ਖਰਾਬ ਕਰ ਚੁੱਕਾ, ਕੋਈ ਰਿਫਿਊਜ਼ ਨਾ ਲਵਾ ਕੇ, ਤਾਂ ਕਈ ਨਿਆਣੇ ਇਹੋ ਜਿਹੇ ਮਿਲਦੇ ਜਿਹੜੇ 2-2 3-3 ਸਾਲ IELTS ਹੀ ਕਰਦੇ ਰਹਿੰਦੇ ਆ। ਹਫਤੇ 'ਚ ਮੈਂ ਇੱਦਾਂ ਦੇ ਕਈ ਬੱਚੇ ਮਿਲਦਾ, ਬੱਚੇ ਬੈਂਡ ਆਏ 6, ਮੈਂ ਕਿਹਾ ਜੀ ਕਿੰਨੀ ਵਾਰ IELTS ਕੀਤੀ? ਸਰ 11 ਵਾਰ IELTS ਕੀਤੀ, ਸਰ 8 ਵਾਰ ਕੀਤੀ, ਸਰ 4 ਵਾਰ ਕੀਤੀ। ਮਤਲਬ 3 ਤੋਂ 4 ਸਾਲ ਤਾਂ ਬੱਚਾ ਪੰਜਾਬ ਦੇ ਵਿੱਚ IELTS ਕਰਨ 'ਚ ਲਾ ਦਿੰਦਾ, ਉਹਨੇ 'ਚ ਬੱਚਾ ਇੱਕ ਬੈਚਲਰ ਡਿਗਰੀ ਕਰ ਲੈਂਦਾ। ਸੋ ਆਪਾਂ ਅੱਜ IELTS ਦਾ ਜੋ ਇਕੱਲਾ ਇੱਕ ਡਾਇਗਨੋਸਟਿਕ ਟੈਸਟ ਹੈ, ਜੋ ਅੰਗਰੇਜ਼ੀ ਦਾ ਲੈਵਲ ਦੱਸਦਾ ਬੱਚੇ ਦਾ ਆਹ ਲੈਵਲ ਹੈ, ਆਪਾਂ ਉਸ ਡਾਇਗਨੋਸਟਿਕ ਟੈਸਟ ਨੂੰ, ਜੋ ਕਿ ਤਕਰੀਬਨ 1 ਦਿਨ ਦਾ ਕੰਮ ਆ, ਆਪਾਂ ਨੂੰ ਬੈਚਲਰ ਡਿਗਰੀ ਦੇ ਲੈਵਲ ਦਾ ਪੱਧਰ ਦੇ ਦਿੱਤਾ। ਸੋ ਬੇਸਿਕਲੀ ਸਟੂਡੈਂਟ ਨੂੰ ਆਪ ਸਿਆਣਾ ਹੋਣ ਦੀ ਲੋੜ ਹੈ। ਇੱਕ ਕੰਟਰੀ ਨਹੀਂ, 2 ਕੰਟਰੀ ਨਹੀਂ, 3 ਨਹੀਂ, ਅਸੀਂ ਘੱਟੋ ਘੱਟ 35 ਕੰਟਰੀ 'ਚ ਬੱਚੇ ਭੇਜਦੇ ਹਾਂ। ਕਈ ਨਿਆਣਿਆਂ ਨੇ ਤਾਂ ਉੱਥੇ ਕੰਟਰੀ ਦੇ ਨਾਂ ਤੱਕ ਨਹੀਂ ਸੁਣੇ। ਅਸੀਂ ਦੁਬਈ 'ਚ ਬੱਚੇ ਪੜ੍ਹਨ ਭੇਜੇ, ਜਿਹੜਾ ਕਿ ਇੱਕ ਲੇਬਰ ਕਲਾਸ ਵਰਕ ਪਰਮਿਟ ਦੇ ਨਾਂ ਤੋਂ ਗਲਫ ਕੰਟਰੀ ਜਾਣਿਆ ਜਾਂਦਾ। ਅਸੀਂ ਦੁਬਈ 'ਚ ਬੱਚੇ ਭੇਜੇ ਪੜ੍ਹਨ, ਬੱਚੇ ਸ਼ੈਫ ਬਣੇ, ਸ਼ੈਫ ਬਣਾ ਕੇ ਬੱਚੇ ਕੈਨੇਡਾ ਜਾਂ ਅਮਰੀਕਾ ਜਾਂ ਆਸਟ੍ਰੇਲੀਆ ਉੱਥੋਂ ਮੂਵ ਹੋਏ, ਮਾਈਗ੍ਰੇਟ ਹੋਏ, ਅੱਜ ਚੰਗੇ ਪੈਸੇ ਕਮਾ ਰਹੇ, ਚੰਗੀ ਜ਼ਿੰਦਗੀਆਂ ਬਣਾ ਰਹੇ। ਅਸੀਂ ਬੱਚੇ ਜਾਪਾਨ ਪੜ੍ਹਨ ਭੇਜੇ ਲੈਂਗੁਏਜ ਕੋਰਸ ਵਿੱਚ, ਜਾਪਾਨ 'ਚ ਬੱਚਾ ਪੜ੍ਹ ਕੇ ਉੱਥੇ ਚੰਗੇ ਪੈਸੇ ਕਮਾ ਰਿਹਾ, ਅੱਜ ਵੀ ਉਹ ਬੜੇ ਵਧੀਆ ਜ਼ਿੰਦਗੀ ਜੀ ਰਿਹਾ। ਸੋ ਜ਼ਰੂਰੀ ਸਿਰਫ ਕੈਨੇਡਾ ਜਾਂ UK ਜਾਂ ਆਸਟ੍ਰੇਲੀਆ ਆਹੀ 3-4 ਮੁਲਕ ਨਹੀਂ ਗੇ, ਬਥੇਰੇ ਕੰਟਰੀਜ਼ ਨੇ। ਹੁਣ ਸਾਡੇ ਕੋਲ ਅਸੀਂ ਸਵੀਡਨ, ਡੈਨਮਾਰਕ ਬੱਚੇ ਭੇਜਦੇ ਹਾਂ, ਅੱਜ ਤੱਕ ਇੱਕ ਸਿੰਗਲ ਵੀਜ਼ਾ ਰਿਫਿਊਜ਼ ਨਹੀਂ ਹੋਇਆ। ਅੱਜ 12ਵੀਂ ਪਾਸ ਕੁੜੀ ਆ, 6 ਬੈਂਡ ਹੈ, ਕੋਈ ਵੀ ਕੰਟਰੀ ਨਾਲ ਸਪਾਊਸ ਜਾਣ ਦੀ ਪਰਮਿਸ਼ਨ ਨਹੀਂ ਦਿੰਦਾ। ਕੁੜੀ ਵਿਚਾਰੀ ਉੱਥੇ ਟੱਕਰਾਂ ਮਾਰਦੀ, ਮੁੰਡਾ ਇੱਥੇ ਰੋਂਦਾ, ਏਜੰਟ ਨੂੰ ਗਾਲਾਂ ਕੱਢਦੇ। ਉਸ ਕੰਟਰੀ ਦੀ ਚੋਣ ਕਰੋ ਜਿੱਥੇ ਇਕੱਠੇ ਜਾ ਸਕੋ। ਡੈਨਮਾਰਕ 'ਚ ਸਟੂਡੈਂਟ ਦੇ ਨਾਲ ਸਪਾਊਸ ਜਾਂਦਾ। ਤੁਹਾਡੀ ਪੜ੍ਹਾਈ 'ਚ 8 ਤੋਂ 10 ਸਾਲ ਦਾ ਗੈਪ ਹੈ, ਤੁਸੀਂ B.Tech ਕੀਤੀ ਹੈ, ਬਿਨਾਂ IELTS ਤੋਂ ਸਵੀਡਨ ਦਾ ਵੀਜ਼ਾ 100% ਮਿਲਦਾ। ਠੀਕ ਹੈ, ਤੁਸੀਂ ਫ੍ਰੀ 'ਚ ਐਜੂਕੇਸ਼ਨ ਲੈਣਾ ਚਾਹੁੰਦੇ ਹੋ, ਬੱਚਾ ਹੋਣਹਾਰ ਸਟੂਡੈਂਟ ਆ, ਕੋਈ ਪੈਸਾ ਨਹੀਂ ਹੈਗਾ ਬੱਚੇ ਦੇ ਮਾਪਿਓ ਕੋਲ ਖਰਚਣ ਲਈ, ਜਰਮਨੀ ਫ੍ਰੀ 'ਚ ਐਜੂਕੇਸ਼ਨ ਦਿੰਦਾ, ਇਟਲੀ ਫ੍ਰੀ 'ਚ ਐਜੂਕੇਸ਼ਨ ਦਿੰਦਾ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਕੰਟਰੀ ਦੀ ਆਪਸ਼ਨ ਜਿੱਥੇ ਕਦੀ ਕੰਸਲਟੈਂਟ ਨੇ ਕਿਸੇ ਮੰਚ ਤੇ ਕਿਸੇ ਬੱਚੇ ਨੂੰ ਦੱਸਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਕਿਉਂਕਿ ਪ੍ਰੋਫਿਟ ਘੱਟ ਹੈ। ਹੁਣ ਅੱਜ ਮੈਂ ਕਹਾਂ, ਜੇ ਤੁਸੀਂ 12ਵੀਂ ਮੈਡੀਕਲ 'ਚ ਪਾਸ ਕੀਤੀ ਹੈ, ਤੁਹਾਡੇ 80% ਉੱਪਰ ਨੰਬਰ ਹੈ, ਮੈਂ ਤੁਹਾਨੂੰ ਜਰਮਨੀ ਵਿੱਚ ਫ੍ਰੀ ਡਾਕਟਰ ਬਣਾ ਸਕਦਾ।
ਹਾਂ ਇੰਡੀਆ 'ਚ ਡਾਕਟਰ ਬਣਨਾ ਹੋਵੇ ਭਾਜੀ ਕਿੰਨੇ ਪੈਸੇ ਲੱਗਦੇ ਆ? ਭਾਈ ਲੱਖਾਂ ਨਹੀਂ, ਘੱਟ ਕਹਿਤਾ ਤੁਸੀਂ, ਤਕਰੀਬਨ ਕਰੋੜ ਰੁਪਈਆ ਪਹੁੰਚ ਜਾਂਦਾ। ਮੈਂ ਲੱਖਾਂ ਗਿਆ ਤੇ ਜੇ ਬੱਚੇ ਨੇ MBBS ਕਰਕੇ ਮੁੜ ਕੇ MD ਕਰਨੀ, ਕਰੋੜ ਸਵਾ ਕਰੋੜ ਫੇਰ ਲਾਓ, 2.5 ਕਰੋੜ ਨੂੰ ਇੱਕ ਡਾਕਟਰ ਪਹੁੰਚਦਾ MBBS MD ਕਰਕੇ। ਤੇ ਫਿਰ ਜਿਹੜੇ ਪੇਪਰ ਦੇ ਕੇ ਕਿੰਨੇ ਕੁ ਸਾਲ ਖਰਾਬ ਹੁੰਦੇ, ਉਹ ਗੱਲ ਵੱਖਰੀ ਨੀਡ ਨਾ ਵਾ। ਜਰਮਨੀ 80% ਉੱਪਰ ਜਿਸ ਬੱਚੇ ਨੰਬਰ ਹੈ, ਯੂਨੀਵਰਸਿਟੀ 4-5 ਥਾਂ ਤੇ ਅਪਲਾਈ ਕੀਤਾ ਜਾਂਦਾ, ਯੂਨੀਵਰਸਿਟੀ ਉਹਨੂੰ ਸ਼ਾਰਟ ਲਿਸਟ ਕਰਦੀ ਆ, ਫ੍ਰੀ 'ਚ ਪੜ੍ਹਾਈ ਹੁੰਦੀ ਆ, ਇੱਕ ਨਿੱਕੀ ਪੈਨੀ ਨਹੀਂ ਦੇਣੀ, ਚਵਾਨੀ ਵੀ ਨਹੀਂ ਦੇਣੀ। ਜਰਮਨ 7 ਸਾਲ ਦੀ ਬੈਚਲਰ ਹੁੰਦੀ ਆ ਜਿਹਨੂੰ ਮੈਡੀਸਨ ਦੀ ਪੜ੍ਹਾਈ ਕਿਹਾ ਜਾਂਦਾ। 7 ਸਾਲ 'ਚ ਬੱਚਾ ਇੱਕ MD ਲੈਵਲ ਦੀ ਪੜ੍ਹਾਈ ਕਰਕੇ ਵਾਪਸ ਇੰਡੀਆ ਆ ਕੇ ਪੇਪਰ ਦੇ ਕੇ ਇੱਥੇ ਪ੍ਰੈਕਟਿਸ ਕਰ ਸਕਦਾ। ਇਹ ਚੀਜ਼ਾਂ ਆਪਸ਼ਨ ਕਿਸੇ ਨੂੰ ਪਤਾ ਹੀ ਨਹੀਂ। ਜਰਮਨ ਦੇ ਵਿੱਚ ਤੁਸੀਂ 1 ਸਾਲ ਲੈਂਗੁਏਜ ਕੋਰਸ ਕਰਦੇ ਹੋ, ਫਾਊਂਡੇਸ਼ਨ ਕੋਰਸ ਕਰਦੇ ਹੋ, ਤੁਸੀਂ ਗ੍ਰੈਜੂਏਸ਼ਨ ਕਰੋ, ਮਾਸਟਰ ਡਿਗਰੀ ਕਰੋ, PhD ਕਰੋ, ਤੁਹਾਡੀ ਸਾਰੀ ਪੜ੍ਹਾਈ ਫ੍ਰੀ ਹੈ। ਸੋ ਇਹਨਾਂ ਆਪਸ਼ਨ ਨੂੰ ਅਵੇਲ ਕਰਨ ਦੀ ਲੋੜ ਹੁੰਦੀ ਆ, ਥੋੜਾ ਆਪਣੇ ਆਪ ਨੂੰ ਐਕਸਪਲੋਰ ਕਰਿਆ ਕਰੋ। ਤੋ ਗੱਲ ਹੈ ਕਿ ਅੱਜ ਦੀ ਡੇਟ 'ਚ ਹੱਥਾਂ 'ਚ ਫੋਨ ਤਾਂ ਸਮਾਰਟ ਆ ਗਏ, ਪਰ ਆਪ ਸਾਲੇ ਸਮਾਰਟ ਨਹੀਂ ਹੋ ਪਾਏ। ਅੱਜ ਅਸੀਂ ਬਸ ਉਹ ਫੇਸਬੁੱਕ, WhatsApp ਤੇ ਜਾਂ Instagram ਤੇ ਜਾਂ Snapchat ਤੇ ਬਸ ਸਟੋਰੀਆਂ ਪਾਉਣ ਜੋਗੇ ਰਹਿ ਗਏ ਆ, ਪਰ ਆਪਾਂ ਕਦੀ ਆਪਣੇ ਉਸ ਫੋਨ ਨੂੰ ਸਮਾਰਟਲੀ ਯੂਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਮੈਂ ਹੁਣ ਇਹੀ ਗੱਲ ਕਰਾਂ ਕਿ ਜਿਵੇਂ ਹੁਣ ਆਪਾਂ ਅਪਡੇਟ ਕਰਨਾ, ਜਿਵੇਂ ਤੁਸੀਂ ਕਿਹਾ ਕਿ ਆਪਾਂ ਸਮਾਰਟ ਫੋਨ ਰੱਖ ਲੇਕਿਨ ਸਮਾਰਟ ਨਹੀਂ ਡੈਫੀਨੇਟਲੀ। ਹੁਣ ਆਪਾਂ ਇਹੀ ਅਪਡੇਟ ਕਰਨਾ ਕਿ 2022 ਦਾ ਸੈਸ਼ਨ ਸਟਾਰਟ ਹੋਇਆ ਹੈ ਨਾ, ਮਾਰਚ ਅਪ੍ਰੈਲ ਚੱਲ ਰਿਹਾ। ਹੁਣ ਜਿਹੜੇ ਲੋਕਾਂ ਨੇ ਹੁਣ ਅਪਲਾਈ ਕਰਨਾ, ਉਹ ਕਿੱਥੇ ਅਪਲਾਈ ਕਰਨ ਤੇ ਸਕਾਲਰਸ਼ਿਪ ਦਾ ਕੀ ਹਿਸਾਬ ਕਿਤਾਬ ਹੁੰਦਾ? ਮੈਂ ਭਾਜੀ 5 ਮਿੰਟ ਗੱਲ ਪੂਰੀ ਨਕਸ਼ਲ ਨਿਬੇੜ ਦੇਣੀ। ਜਿਹੜਾ 2021 ਪੜਿਆ ਬੱਚਾ ਜਿਹਦੇ 6 ਬੈਂਡ ਈਚ ਹੈ, ਉਹ ਤਾਂ ਕੈਨੇਡਾ ਲਈ ਐਲੀਜੀਬਲ ਆ, ਕੈਨੇਡਾ ਅਪਲਾਈ ਕਰੇ, ਕਿਉਂਕਿ ਪੜ੍ਹਾਈ ਕਰਕੇ 2 ਸਾਲ ਬਾਅਦ 3 ਸਾਲ ਦਾ ਵਰਕ ਪਰਮਿਟ ਆ, ਛੇਤੀ ਬੱਚਾ ਪੱਕਾ ਹੋ ਜਾਂਦਾ। ਹੁਣ ਜੇ ਬੱਚੇ ਦੇ 6 ਬੈਂਡ ਈਚ ਨਹੀਂ ਗਏ, ਇੱਕ 'ਚੋਂ 5.5 ਬੈਂਡ ਆ, 21 ਪਾਸ ਆਊਟ ਆ, ਨੰਬਰ 60% ਉੱਪਰ ਆ, ਉਹ ਆਸਟ੍ਰੇਲੀਆ ਅਪਲਾਈ ਕਰ ਲੇ, UK ਅਪਲਾਈ ਕਰ ਲੇ। ਜਿਉਂ ਗੈਪ ਵੱਧਦਾ ਜਾਣਾ, ਫਿਰ ਇਹ ਕੈਨੇਡਾ ਦੀ ਜਾਂ UK ਦੀ ਜਾਂ ਆਸਟ੍ਰੇਲੀਆ ਆਪਸ਼ਨ ਘਟਦੀ ਜਾਣੀ ਆ। ਫਿਰ ਯੂਰਪ ਵਾਲੇ ਪਾਸੇ ਫਰਾਂਸ ਹੈ, ਇਟਲੀ ਹੈ, ਮਾਲਟਾ ਹੈ, ਸਵੀਡਨ ਹੈ, ਡੈਨਮਾਰਕ ਹੈ, ਇਹ ਕੰਟਰੀਜ਼ 4 ਤੋਂ 5 ਸਾਲ ਦਾ ਗੈਪ ਚੱਕ ਲੈਂਦੀਆਂ, ਅਸੈਪਟ ਕਰਦੀਆਂ ਨੇ ਜਸਟੀਫਿਕੇਸ਼ਨ ਦੇ ਨਾਲ। ਪਲੱਸ ਆਇਲਸ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਯੂਰਪ ਦੇ ਵਿੱਚ ਆਪਦੀ ਲੋਕਲ ਲੈਂਗੁਏਜ ਨੂੰ ਪ੍ਰਮੋਟ ਕੀਤਾ ਜਾਂਦਾ। ਇਟਲੀ 'ਚ ਇਟਾਲੀਅਨ ਨੂੰ, ਜਰਮਨ 'ਚ ਉੱਥੇ ਡੋਚ ਲੈਂਗੁਏਜ ਨੂੰ, ਸਪੇਨ ਦੇ ਵਿੱਚ ਸਪੈਨਿਸ਼ ਨੂੰ। ਸੋ ਆਇਲਸ ਦੀ ਲੋੜ ਨਹੀਂ ਪੈਂਦੀ। ਜੇ ਤੁਹਾਡੇ 50-60% ਨੰਬਰ ਹੈਗੇ ਨੇ ਓਵਰਆਲ, ਤੁਸੀਂ ਵੀਜ਼ਾ ਲੈ ਸਕਦੇ ਹੋ। ਸੋ ਆਪਦੀ ਕੰਟਰੀ ਦੀ ਸਿਲੈਕਸ਼ਨ ਕਰਨੀ ਬੜੀ ਜ਼ਰੂਰੀ। ਹੁਣ ਇਸ ਟਾਈਮ ਸਪਟੰਬਰ ਚੱਲ ਰਿਹਾ ਐਂਡ ਅੱਜ ਜੇ ਕੈਨੇਡਾ ਅਪਲਾਈ ਕਰਨਾ ਤਾਂ ਮੈਨੂੰ ਲੱਗਦਾ ਨਹੀਂ, ਅੱਜ ਅਸੀਂ ਮਾਰਚ ਦੇ 3 ਹਫ਼ਤੇ ਬੈਠੇ ਹਾਂ, ਮੈਨੂੰ ਲੱਗਦਾ ਨਹੀਂ ਕਿ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਬਾਅਦ ਸਪਟੰਬਰ ਇਨਟੇਕ ਦੀ ਕੋਈ ਸੀਟ ਬਚੀ ਹੋਏਗੀ। ਹੁਣ ਤੁਸੀਂ ਸੋਚੋਗੇ ਭਾਜੀ ਹਾਲ ਤਾਂ 6 ਮਹੀਨੇ ਪਏ, 7 ਮਹੀਨੇ ਪਏ ਸਤੰਬਰ ਨੂੰ, ਇੰਨੀ ਕੁ ਮਾਰੋ ਮਾਰ ਆ। ਘੱਟੋ ਘੱਟ 8-8, 9-9 ਮਹੀਨੇ ਪਹਿਲਾਂ ਅਪਲਾਈ ਕਰਕੇ ਆਪਦਾ ਵੀਜ਼ਾ ਅਪਲਾਈ ਕਰਨਾ ਪੈਂਦਾ। ਅਦਰਵਾਈਜ਼ ਚੰਗੇ ਕਾਲਜ, ਚੰਗੇ ਕੋਰਸ 'ਚ ਚੰਗੀ ਸੀਟ ਹੀ ਨਹੀਂ ਮਿਲਦੀ। ਤੇ ਜੇ ਅਸੀਂ ਚੰਗਾ ਕੋਰਸ ਨਹੀਂ ਲੈ ਪਾਏ, ਕੋਰਸ ਨਾਲ ਕੰਪਰੋਮਾਈਜ਼ ਕੀਤਾ, ਜੋ ਪੁਰਾਣੀ ਪੜ੍ਹਾਈ ਨਾਲ ਰੈਲੀਵੈਂਟ ਨਹੀਂ ਹੋਇਆ, ਪੱਲੇ ਰਿਫਿਊਜ਼ਲ ਪੈ ਜਾਂਦੀ ਹੈ। ਸੋ ਇਸ ਕਰਕੇ ਸਮੇਂ ਸਿਰ ਅਪਲਾਈ ਕਰੋ। ਅੱਜ ਸਪਟੰਬਰ 2022 ਦਾ ਇਨਟੇਕ ਕੈਨੇਡਾ ਲਈ ਓਪਨ ਹੈ, ਸਪਟੰਬਰ 2022 ਦਾ ਇਨਟੇਕ UK ਲਈ ਓਪਨ ਹੈ, ਜੁਲਾਈ 2022 ਦਾ ਇਨਟੇਕ ਆਸਟ੍ਰੇਲੀਆ ਲਈ ਓਪਨ ਹੈ। ਆਸਟ੍ਰੇਲੀਆ 'ਚ ਕੇਵਲ 2021 ਪੜ੍ਹਿਆ ਬੱਚਾ, 2020 ਵਾਲੇ ਨੂੰ ਹੁਣ ਪੁੱਛ ਰਹੇ ਕੀ ਕੀਤਾ ਤੂੰ। 21 ਪੜ੍ਹਿਆ ਬੱਚਾ, ਓਵਰਆਲ 6 ਬੈਂਡ, ਨੋਟ ਲੈਸ ਦੈਨ 5.5, ਯਾਨੀ ਕਿ 2 ਚੋਂ 5.5, 2 ਚੋਂ 6 ਹੈ। ਜਾਂ ਫਿਰ ਤੁਸੀਂ PT ਕੀਤਾ, ਓਵਰਆਲ 52 ਨੰਬਰ, ਯੂ ਆਰ ਐਲੀਜੀਬਲ ਫॉर ਆਸਟ੍ਰੇਲੀਆ। ਜੇ 6 ਈਚ ਹੈ, ਯੂ ਆਰ ਐਲੀਜੀਬਲ ਫॉर ਕੈਨੇਡਾ। ਜੇ ਪੜ੍ਹਾਈ 'ਚ 2-3 ਸਾਲ ਦਾ ਗੈਪ ਹੈ, ਯਾਨੀ ਕਿ +2 2018, 19, 20 ਜਾਂ 21 'ਚ ਕੀਤੀ ਹੈ, ਆਇਲਸ 'ਚੋਂ 6 ਬੈਂਡ ਹੈ, ਨੋਟ ਲੈਸ ਦੈਨ 5.5 ਬੈਂਡ, UK ਜਾ ਸਕਦੇ ਹੋ। ਜੇ ਆਇਲਸ ਨੇ ਵੀ ਕੀਤੀ, ਅੰਗਰੇਜ਼ੀ 'ਚੋਂ 70 ਤੋਂ 80% ਨੰਬਰ ਹੈ, 2020 ਔਰ 21 ਪੜ੍ਹਿਓ, ਤਾਂ ਵੀ UK 'ਚ ਯੂਨੀਵਰਸਿਟੀ ਦਾਖਲ ਲਿਆ ਜਾ ਸਕਦਾ। ਕਿਉਂਕਿ ਬਹੁਤ ਸਾਰੇ ਯੂਨੀਵਰਸਿਟੀਜ਼ ਪੰਜਾਬ ਦੇ ਬੱਚੇ ਨੂੰ ਜਿਹਦੇ 70 ਤੋਂ ਉੱਪਰ% ਨੰਬਰ ਆ, ਉਹਨੂੰ ਬਿਨਾਂ ਆਇਲਸ ਤੋਂ ਦਾਖਲਾ ਦੇ ਦਿੰਦੀਆਂ ਨੇ। ਬਟ ਬਿਨਾਂ ਆਇਲਸ ਤੋਂ ਦਾਖਲਾ ਲੈਣ ਦਾ ਮਤਲਬ ਇਹ ਨਹੀਂ ਕਿ ਮੈਂ ਵਿਦਾਊਟ ਆਇਲਸ ਚੱਲ ਜੂੰਗਾ। ਪੜ੍ਹਨਾ ਅੰਗਰੇਜ਼ੀ 'ਚ ਪੈਣਾ, ਪੰਜਾਬੀ ਹਿੰਦੀ ਮੀਡੀਅਮ UK 'ਚ ਨਹੀਂ ਹੁੰਦਾ। ਤੇ ਹਾਂ, ਇੱਕ ਦੌਰ ਚੱਲ ਰਿਹਾ ਸਪਾਊਸ ਵੀਜ਼ੇ ਦਾ, ਕਿ ਸਪਾਊਸ ਨੇ ਨਾਲ ਜਾਣਾ। ਤੇ ਬੇਸਿਕਲੀ ਹੁਣ ਆਪਾਂ ਉਹ ਦੱਸਣਾ, ਤੁਸੀਂ ਤੁਹਾਡੇ ਕੋਲ ਉਹ ਇਨਫੋਰਮੇਸ਼ਨ ਲੈਣੀ ਕਿ ਕਿਹੜੀ ਕੰਟਰੀ ਵਿੱਚ ਸਪਾਊਸ ਨਾਲ ਜਾਂਦਾ ਜਾਂ ਕਿੰਨੇ ਚਿਰਾਂ ਬਾਅਦ ਜਾਂਦਾ। ਮੇਜਰਲੀ ਜਿੱਥੇ ਨਿਆਣੇ ਜਾਣਾ ਚਾਹੁੰਦੇ ਨੇ, 4 ਕੰਟਰੀਜ਼ ਨਿਕਲ ਕੇ ਬਾਹਰ ਹੁੰਦੀਆਂ। ਪਹਿਲੀ ਗੱਲ UK, ਦੂਜਾ ਆਸਟ੍ਰੇਲੀਆ, ਹੁਣ ਤੀਜੀ ਚੌਥੀ ਨਹੀਂ ਸੁਣੀ ਹੋਣੀ ਤੁਸੀਂ, ਤੀਜੀ ਡੈਨਮਾਰਕ, ਚੌਥੀ ਸਵੀਡਨ। ਮੈਂ ਭੇਜਦਾ। ਜਾਣਾ ਚਾਹੁੰਦੇ ਆ ਕਿ ਤੁਸੀਂ ਦੱਸ ਇਹਦੇ ਸਪਾਊਸ ਨਾਲ ਜਾ ਸਕਦਾ। ਓਕੇ। ਬਹੁਤੇ ਬੱਚਿਆਂ ਨੂੰ ਪਤਾ ਨਹੀਂ ਕਿ ਡੈਨਮਾਰਕ, ਸਵੀਡਨ ਵੀ ਸਪਾਊਸ ਨਾਲ ਜਾਂਦਾ। ਔਰ ਯੂਰਪ ਦੇ ਵਿੱਚ ਸ਼ੈਨਗਨ ਪਾਰਟ ਦੀ ਗੱਲ ਕਰਾਂ, ਕਿਉਂਕਿ ਯੂਰਪ 'ਚ ਤਕਰੀਬਨ 52 ਮੁਲਕ ਹੈ, ਉਹਨਾਂ 'ਚੋਂ 26 ਕੰਟਰੀਜ਼ ਸ਼ੈਨਗਨ ਪਾਰਟ ਦਾ ਹਿੱਸਾ ਹੈ। ਯਾਨੀ ਕਿ ਤੁਸੀਂ ਇੱਕ ਕੰਟਰੀ 'ਚ ਵੀਜ਼ਾ ਲੈ ਕੇ ਬਾਕੀ 26 ਕੰਟਰੀਆਂ 'ਚ ਕਿਸੇ ਵੀ ਟਾਈਮ ਬਿਨਾਂ ਵੀਜ਼ਾ ਤੋਂ ਟਰੈਵਲ ਕਰ ਸਕਦੇ ਹੋ। ਸੋ ਸ਼ੈਨਗਨ ਪਾਰਟ ਦੀ ਜੇ ਮੈਂ ਟੌਪ ਦੀਆਂ 5-6 ਕੰਟਰੀ ਗੱਲ ਕਰਾਂ, ਜਿਹੜੀਆਂ ਜਿੱਥੇ ਵਧੀਆ ਪੈਸਾ, ਵਧੀਆ ਇੰਪਲੋਇਮੈਂਟ ਹੈ, ਜਿਹੜਾ ਕ੍ਰਾਈਮ ਰੇਟ ਬਿਲਕੁਲ ਜ਼ੀਰੋ ਨਾ ਦੇ ਬਰਾਬਰ ਹੈ, ਜਰਮਨੀ ਹੈ, ਫਰਾਂਸ ਹੈ, ਉਸ ਤੋਂ ਬਾਅਦ ਤੁਹਾਡਾ ਜੀ ਹਾਲੈਂਡ ਜਿਹਨੂੰ ਆਪਾਂ ਨੀਦਰਲੈਂਡ ਕਹਿੰਦੇ ਹਾਂ ਉਹ ਹੈ, ਸਵੀਡਨ ਹੈ, ਡੈਨਮਾਰਕ ਹੈ, ਨਾਰਵੇ ਹੈ। ਇਹ 5-7 ਉਹ ਕੰਟਰੀ ਨੇ ਜਿੱਥੇ ਬੱਚਾ ਪੜ੍ਹ ਕੇ ਬਹੁਤ ਵਧੀਆ ਫਿਊਚਰ ਬਣਾ ਸਕਦਾ। ਹੁਣ ਜੇ ਸਪਾਊਸ ਨਾਲ ਜਾਣਾ, ਨੋਰਮਲੀ UK, ਆਸਟ੍ਰੇਲੀਆ ਔਰ ਜਿਹੜਾ ਸਵੀਡਨ ਹੈ, ਇਹ ਗ੍ਰੈਜੂਏਟ ਨੂੰ ਸਪਾਊਸ ਨਾਲ ਜਾਣ ਦੀ ਪਰਮਿਸ਼ਨ ਦਿੰਦਾ। ਯਾਨੀ ਕਿ ਜਿਹੜਾ ਸਟੂਡੈਂਟ ਇੱਥੇ ਇੰਡੀਆ 'ਚ ਗ੍ਰੈਜੂਏਟ ਹੈ, ਮਾਸਟਰਸ ਕੋਰਸ ਲੈ ਕੇ ਚੱਲਿਆ, ਉਹ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ।
ਜਿਵੇਂ ਯੂਕੇ ਦੀ ਗੱਲ ਕਰਾਂ, ਜੇ ਤੁਹਾਡੇ 6 ਬੈਂਡ ਆ, ਕੁੜੀ ਗ੍ਰੈਜੂਏਟ ਆ, ਸਪਾਊਸ ਨਾਲ ਜਾ ਸਕਦਾ। ਜੇ ਮੁੰਡਾ ਗ੍ਰੈਜੂਏਟ ਆ, ਵਾਈਫ ਨਾਲ ਜਾ ਸਕਦੀ, ਈਵਨ ਕਿ ਬੱਚੇ ਵੀ ਨਾਲ ਜਾ ਸਕਦੇ ਆ। ਕਿਸੇ ਯੂਨੀਵਰਸਿਟੀ 'ਚ 6 ਬੈਂਡ ਦੀ ਰਿਕੁਆਇਰਮੈਂਟ ਆ। ਜੇ ਆਇਲਸ ਨਹੀਂ ਵੀ ਕੀਤੀ ਤਾਂ ਬਹੁਤ ਸਾਰੀ ਯੂਨੀਵਰਸਿਟੀਆਂ 70 ਤੋਂ 80% 12ਵੀਂ ਦੇ ਅੰਗਰੇਜ਼ੀ ਦੇ ਨੰਬਰ ਦੇਖ ਕੇ ਬਿਨਾਂ ਆਇਲਸ ਤੋਂ ਦਾਖਲਾ ਦਿੰਦੀਆਂ ਨੇ। ਦੂਜਾ ਆ ਗਿਆ ਆਸਟ੍ਰੇਲੀਆ, ਗ੍ਰੈਜੂਏਸ਼ਨ ਕੀਤੀ ਹੈ, ਮਾਸਟਰ ਕੋਰਸ ਪੜ੍ਹਨ ਜਾ ਰਹੇ ਹੋ, 6.5 ਬੈਂਡ 6 ਈਚ ਹੈ, ਤੁਸੀਂ ਸਪਾਊਸ ਤੇ ਬੱਚੇ ਨਾਲ ਲੈ ਕੇ ਜਾ ਸਕਦੇ ਹੋ। ਡੈਨਮਾਰਕ ਆ ਗਿਆ, 12ਵੀਂ ਕੀਤੀ ਹੈ, 6 ਬੈਂਡ ਹੈ, ਸਪਾਊਸ ਨਾਲ ਜਾ ਸਕਦਾ। ਗ੍ਰੈਜੂਏਸ਼ਨ ਕੀਤੀ ਫਿਰ ਤਾਂ ਜਾਏਗਾ, ਬਟ 12ਵੀਂ ਵਾਲੇ ਬੱਚੇ ਨਾਲ ਵੀ ਸਪਾਊਸ ਜਾ ਸਕਦਾ। ਸਵੀਡਨ ਆ ਗਿਆ, ਤੁਸੀਂ ਬੀਟੈਕ ਕੀਤੀ, ਆਇਲਸ ਦੀ ਲੋੜ ਹੀ ਨਹੀਂ। BCA ਕਰਕੇ MCA ਕੀਤੀ, ਆਇਲਸ ਦੀ ਲੋੜ ਹੀ ਨਹੀਂ। BSc IT ਕਰਕੇ MSc IT ਕੀਤੀ, ਵਿਦਆਊਟ ਆਇਲਸ 10 ਸਾਲ ਦੇ ਗੈਪ ਨਾਲ ਸਪਾਊਸ ਬੱਚੇ ਇੱਥੋਂ ਇਕੱਠੇ ਨਾਲ ਜਾ ਸਕਦੇ ਨੇ। ਔਰ ਇੱਥੇ ਇੱਕ ਗੱਲ ਦੱਸਾਂ ਤੁਹਾਨੂੰ, ਜਿਹੜੇ ਬੱਚਿਆਂ ਦਾ ਉੱਥੇ ਮੈਡੀਕਲ ਤੱਕ, ਐਜੂਕੇਸ਼ਨ ਤੱਕ ਬਹੁਤ ਸਾਰੀਆਂ ਫੈਸਿਲਿਟੀ ਫ੍ਰੀ ਤੱਕ ਦੀ ਮਿਲਦੀਆਂ ਨੇ। ਇਹਨਾਂ ਆਪਸ਼ਨ ਨੂੰ ਵੇਲ ਜ਼ਰੂਰ ਕਰਿਆ ਕਰੋ। ਅੱਜ ਕਿਹੜੀ ਕੰਟਰੀ ਆ ਜਿਹੜੇ 10 ਸਾਲ ਦਾ ਪੜ੍ਹਾਈ 'ਚ ਗੈਪ ਪਏਗਾ, ਜੇ ਮੀਆਂ ਬੀਵੀ ਬੱਚੇ ਇਕੱਠੇ ਜਾਣ ਲਈ ਸਟੱਡੀ ਵੀਜ਼ਾ ਦਿੰਦੀ ਹੈ? ਦੈਟ ਇਜ਼ ਡੈਨਮਾਰਕ, ਦੈਟ ਇਜ਼ ਸਵੀਡਨ। ਬਟ ਲੋੜ ਹੈ ਇਹਨਾਂ ਕੰਟਰੀ ਨੂੰ ਐਕਸਪਲੋਰ ਕਰਨ ਦੀ, ਇਹਨਾਂ ਕੰਟਰੀ ਬਾਰੇ ਰਿਸਰਚ ਕਰਨ ਦੀ। ਸੋ ਸਪਾਊਸ ਨਾਲ ਜਾਣਾ ਚਾਹੁੰਦੇ ਹੋ, ਇਕੱਲੇ ਜਾਣਾ ਚਾਹੁੰਦੇ ਹੋ, 1 ਵਾਰ 2 ਵਾਰ 3 ਵਾਰ 4 ਵਾਰ ਰਿਫਿਊਜ਼ ਹੋ ਚੁੱਕਾ, ਪੈਸਾ ਖਰਾਬ ਹੋ ਚੁੱਕਾ, ਇੱਕ ਵਾਰ ਮੇਰੇ ਨਾਲ, ਮੇਰੀ ਟੀਮ ਨਾਲ ਅਪਾਇੰਟਮੈਂਟ ਫਿਕਸ ਕਰਕੇ ਮੇਰੇ ਦਫ਼ਤਰ ਆ ਕੇ ਮਿਲੋ ਜ਼ਰੂਰ। ਦਾਵਾ ਕਰਦਾ ਵੀਜ਼ਾ ਲਵਾਵਾਂ ਜਾਂ ਨਾ ਲਵਾਵਾਂ, ਇੱਕ ਚੰਗੀ ਸਲਾਹ ਦੇ ਕੇ ਜ਼ਰੂਰ ਭੇਜਾਂਗਾ। ਜਦੋਂ ਦਫ਼ਤਰੋਂ ਬਾਹਰ ਜਾਓਗੇ ਮਨ 'ਚ ਤਸੱਲੀ ਹੋਊਗੀ ਕਿ ਅੱਜ ਚੰਗੀ ਸਲਾਹ ਲੈ ਕੇ ਆਇਆ ਜੋ ਅੱਜ ਤੱਕ ਮੈਨੂੰ ਮਿਲੀ ਨਹੀਂ। ਬਿਲਕੁਲ। ਅੱਛਾ, ਤੁਹਾਡੇ ਕੋਲ ਐਸੇ ਆਉਂਦੇ ਹੋਣਗੇ ਕਿ ਜੀ ਸਾਡੇ ਮੁੰਡੇ ਨੂੰ ਬਾਹਰ ਭੇਜਣਾ, ਜਾਂ ਕਿਸੇ ਨੇ ਕੁੜੀ ਨਾਲ ਵਿਆਹ ਕਰਾ ਦਿਓ ਜਾਂ ਤੋੜ ਦਿਓ, ਆਉਂਦੇ ਹੋਣਗੇ? ਕਿਉਂਕਿ ਹੁਣ ਅੱਜ ਕੱਲ੍ਹ ਰਿਵਾਜ ਚੱਲ ਰਿਹਾ ਹੈ। ਪਰ ਅੱਜ ਕੱਲ੍ਹ ਨਹੀਂ ਚੱਲਦਾ, 10 ਸਾਲ ਤੋਂ ਚੱਲ ਰਿਹਾ। ਇੱਕ ਸਮਾਂ ਸੀ 2004 ਤੋਂ 2010 ਤੱਕ ਦਾ, ਜਦੋਂ ਆਸਟ੍ਰੇਲੀਆ ਦੇ ਵਿੱਚ ਮਾਸੀ ਦੀ ਕੁੜੀ ਤੇ ਮਾਮੇ ਦਾ ਮੁੰਡਾ, ਭੂਆ ਦਾ ਮੁੰਡਾ ਤੇ ਚਾਚੇ ਦੀ ਕੁੜੀ ਆਪਸ 'ਚ ਕਜ਼ਨ ਭੈਣ ਭਰਾ ਵਿਆਹ ਕਰਕੇ ਗਏ। ਆਮ ਸੌਰੀ ਟੂ ਸੇ, ਬਟ ਪੰਜਾਬੀ ਦੇ ਨਾਂ ਤੇ ਬਹੁਤ ਵੱਡਾ ਧੱਬਾ ਔਰ ਕਲੰਕ ਲਾਇਆ ਪੰਜਾਬੀਆਂ ਨੇ। ਔਰ ਅਸੀਂ ਲਾਇਆ ਸਿਰਫ ਇੱਕ ਵੀਜ਼ੇ ਦੇ ਲਾਲਚ ਨੂੰ, ਇੱਕ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ, ਜੋ ਅਸੀਂ ਗੁਰੂ ਗ੍ਰੰਥ ਸਾਹਿਬ ਮੂਹਰੇ ਲਾਵਾਂ ਫੇਰੇ ਕਰਦੇ ਹਾਂ। ਬਾਬੇ ਨੂੰ, ਰੱਬ ਨੂੰ ਹੀ ਆਪਾਂ ਮਤਲਬ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਬੜਾ ਗਲਤ ਇਹ ਵਰਤਾਰਾ ਹੋਇਆ। ਬਿਲਕੁਲ ਦਫ਼ਤਰਾਂ 'ਚ ਆਉਂਦੇ ਨਹੀਂ, ਸਾਡੇ ਮੁੰਡੇ ਕੋਲ ਆਇਲਸ ਨਹੀਂ ਹੁੰਦੀ, ਜੇ ਕੁੜੀ ਹੋਵੇ ਤਾਂ ਸਾਨੂੰ ਸੰਪਰਕ ਕਰਿਓ ਜੀ। ਮੈਂ ਕਿਹਾ ਮੈਂ ਮੈਟਰੀਮੋਨੀਅਲ ਕੰਪਨੀ ਨਹੀਂ ਚਲਾਉਂਦਾ, ਮੈਂ ਤਾਂ ਵੀਜ਼ਾ ਕੰਪਨੀ ਚਲਾਉਣਾ। ਸੋ ਇਹੋ ਜਿਹੇ ਲੋਕਾਂ ਨੂੰ ਮੈਂ ਪਹਿਲਾਂ ਹੀ ਦੂਰੋਂ ਪਨੇ ਚਾਹ ਕੌਫੀ ਪੀਓ, ਸਤਿ ਸ਼੍ਰੀ ਅਕਾਲ, ਕਿਸੇ ਹੋਰ ਦਫ਼ਤਰ ਜਾਓ, ਸਾਡੇ ਦਫ਼ਤਰ ਇਹੋ ਜਿਹੀ ਕੋਈ ਸਲਾਹ ਨਹੀਂ ਮਿਲਦੀ। ਤੇ ਸਟੂਡੈਂਟਸ ਬਾਹਰੋਂ ਫੋਨ ਆਉਂਦੇ ਨੇ ਤੁਹਾਨੂੰ, ਜਿਹੜੇ ਸੈਟਲ ਹੋ ਗਏ ਨੇ ਜਾਂ ਪਹੁੰਚ ਜਾਂਦੇ ਨੇ, ਹਾਂਜੀ ਸਰ ਤੁਹਾਡਾ ਬਹੁਤ ਥੈਂਕ ਯੂ, ਜਾਂ ਪੈਰੈਂਟਸ ਬਾਅਦ 'ਚ ਹੀ ਆਉਂਦੇ ਨੇ? ਬਿਲਕੁਲ, ਸਾਰੇ ਤਾਂ ਨਹੀਂ ਕਰਦੇ ਯਾਰ, ਕਿਉਂਕਿ ਨਾ ਕਈ ਵਾਰ ਇਹ ਵੀ ਲੱਗਦਾ ਕਿ ਅੱਛਾ ਡਿਪੈਂਡ ਕਰਦਾ ਬੰਦੇ ਦੇ ਆਪਣੀ ਕਿੱਦਾਂ ਦੀ ਸੋਚ ਆ। ਬਹੁਤ ਸਾਰੇ ਸਟੂਡੈਂਟ ਵੀਜ਼ਾ ਲਵਾਉਣ ਤੋਂ ਬਾਅਦ ਚੇਤਾ ਨਹੀਂ ਕਰਦੇ। ਜਦੋਂ ਤੱਕ ਵੀਜ਼ਾ ਨਹੀਂ ਲੱਗਾ ਤਦ ਤੱਕ ਤਾਂ ਰਾਹੀ ਰੱਬ ਹੈ। ਜਦੋਂ ਵੀਜ਼ਾ ਲੱਗੇਗਾ ਮੁੜ ਕੇ ਫਿਰ ਲੱਡੂ ਖੋਣ ਤੋਂ ਬਾਅਦ ਚੇਤਾ ਕੋਈ ਨਹੀਂ ਕਰਦਾ। ਬਟ ਯੈਸ, ਜੇ ਮੈਂ ਗੱਲ ਕਰਾਂ ਟੋਟਲ 25-30-40% ਲੋਕ ਇਹੋ ਜਿਹੇ ਜ਼ਰੂਰ ਹੁੰਦੇ ਆ। ਅੱਜ ਵੀ ਯਾਦ ਆ ਮੈਨੂੰ ਉਹ ਮੁੰਡਾ, ਫਿਰ ਜੋ ਵੀਡੀਓ ਦੇਖੇਗਾ ਹੱਸੇਗਾ। ਗੁਰਬਾਜ ਸਿੰਘ ਮੁੰਡਾ ਮੈਂ ਭੇਜਿਆ ਸੀ ਯੂਪੀ ਦੇ ਬਾਜਪੁਰ ਤੋਂ, ਪਹਿਲਾ ਬੱਚਾ ਮੈਂ ਭੇਜਿਆ ਸੀ ਕੈਨੇਡਾ 2009 ਦੇ ਵਿੱਚ, ਸ਼ਾਇਦ ਉਦੋਂ ਮੋਹਾਕ ਕੋਲੇ ਪੜ੍ਹਨ ਗਿਆ ਸੀ, ਔਰ ਯੂਪੀ ਦੇ ਬਾਜਪੁਰ ਤੋਂ ਬੰਦਾ ਭੇਜਿਆ ਸੀ। ਤੇ ਅੱਜ ਵੀ ਮੇਰੇ ਟੱਚ 'ਚ, ਅੱਜ ਹੁਣ ਇੰਡੀਆ ਆਇਆ ਸੀ, ਮਹੀਨਾ ਕੁ ਪਹਿਲਾਂ ਮਿਲ ਕੇ ਗਿਆ, ਵਿਆਹ ਹੋ ਗਿਆ, ਬੇਟੀ ਹੋ ਗਈ, ਉੱਥੇ ਪੱਕਾ ਵੀ ਵੈਨਕੂਵਰ 'ਚ ਹੋ ਗਿਆ, ਵਧੀਆ ਆਪਣਾ ਕਾਰੋਬਾਰ ਵੀ ਕਰਦਾ। ਚੇਤੇ ਕਰਦਾ ਭਾਜੀ ਤੁਹਾਡੇ ਕਰਕੇ ਮੇਰੇ ਪੂਰੇ ਖਾਨਦਾਨ ਦੀ, ਮੇਰੇ ਪੂਰੇ ਟੱਬਰ ਦੀ ਇੱਕ ਪੂਰੀ ਮਤਲਬ ਬਦਲ ਗਈ, ਨੁਹਾਰ ਬਦਲ ਗਈ। ਸੋ ਯੈਸ, ਬੱਚੇ ਯਾਦ ਕਰਦੇ ਨੇ, ਜਦੋਂ ਤੁਸੀਂ ਚੰਗੀ ਸਰਵਿਸ ਦਿੰਦੇ ਹੋ ਤਾਂ ਡੈਫੀਨਿਟਲੀ ਬੱਚੇ ਯਾਦ ਜ਼ਰੂਰ ਕਰਦੇ ਨੇ। ਬਟ ਕਈ ਲੋਕਾਂ ਨੂੰ ਲੱਗਦਾ ਯਾਰ ਵੀਜ਼ਾ ਤਾਂ ਮੇਰਾ ਲੱਗ ਹੀ ਜਾਣਾ ਸੀ, ਆਰਐਸ ਗੋਬਿੰਦ ਨੇ ਕਿਹੜੀ ਮੇਰੀ ਕੀਮਤ ਕੀਤੀ। ਬਟ ਯੈਸ ਠੀਕ ਹੈ, ਐਟ ਦ ਐਂਡ ਆਫ ਡੇ ਮੇਰਾ ਵੀ ਬਿਜ਼ਨਸ ਆ, ਕਾਰੋਬਾਰ ਆ, ਬਟ ਮੇਰੀ ਕੋਸ਼ਿਸ਼ ਜ਼ਰੂਰ ਹੁੰਦੀ ਭਾਜੀ। ਖੈਰ 100% ਬੰਦਾ ਤਾਂ ਨਹੀਂ ਕੋਈ ਖੁਸ਼ ਕਰ ਸਕਦਾ, ਕਿਉਂਕਿ ਦੁਨੀਆ ਨੂੰ ਮਤਲਬ ਬਾਬਾ ਨਾਨਕ ਵੀ ਖੁਸ਼ ਨਹੀਂ ਕਰ ਸਕਿਆ। ਉਹਨੂੰ ਵੀ ਕਹਿੰਦੇ ਲੋਕ ਇਹ ਲੋਕਾਂ ਨੂੰ ਪੁੱਠੇ ਰਾਹ ਪਾਉਂਦਾ ਕੁਰਾਈਆ, ਤੇ ਮੈਂ ਕਿੱਥੋਂ ਖੁਸ਼ ਕਰ ਲਾਂਗਾ। ਬਟ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਆਪਣਾ ਜਿਹੜਾ ਕਲਾਇੰਟ ਦਾ ਸਰਵਿਸ ਜਿਹੜਾ ਰੇਸ਼ੋ ਹੈ ਉਹ 90% ਉੱਪਰ ਜ਼ਰੂਰ ਰੱਖਾਂ, ਕਿਉਂਕਿ ਮੈਂ ਸਰਵਿਸ ਇੰਡਸਟਰੀ ਬੈਠਾ ਤਾਂ ਮੈਂ ਚੰਗੀ ਸਰਵਿਸ ਦੇ ਕੇ ਇਸ ਕਾਰੋਬਾਰ 'ਚ ਅੱਗੇ ਵੱਧ ਸਕਾਂ ਜਾਂ ਆਪਣਾ ਕਾਰੋਬਾਰ ਵਧਾ ਸਕਦਾ। 1 ਤੋਂ 2, 2 ਤੋਂ 3, 3 ਤੋਂ 4 ਜਿੰਨੇ ਬ੍ਰਾਂਚ 'ਚ ਦਫ਼ਤਰ ਖੋਲ੍ਹੇ, ਲੋਕਾਂ ਦੇ ਪਿਆਰ, ਲੋਕਾਂ ਦੇ ਸਾਥ, ਲੋਕਾਂ ਦੇ ਜਿਹੜੇ ਆਸ਼ੀਰਵਾਦ ਕਰਕੇ ਖੋਲ੍ਹੇ। ਬਹੁਤ ਸਾਰੇ ਲੋਕ ਜਿਹਨਾਂ ਨੇ ਬੜੀ ਸਪੋਰਟ ਕੀਤੀ। ਤੁਸੀਂ ਸੋ ਉਹ 'ਚੋਂ 10 ਬੰਦੇ ਵੀ ਉਸ ਗੱਲ ਨੂੰ ਸਮਝ ਕੇ ਆਪਣੀ ਜ਼ਿੰਦਗੀ ਦਾ ਸਹੀ ਫੈਸਲਾ ਲੈ ਪਾਏ। ਕਿਸੇ ਮਾਂ ਦੇ ਪੁੱਤ ਦੀ ਜ਼ਿੰਦਗੀ ਬਣ ਜੇ, ਕਿਸੇ ਪਿਓ ਦੀ ਖੂਨ ਪਸੀਨੇ ਦੀ ਕਮਾਈ ਖਰਾਬ ਹੋਣ ਤੋਂ ਬਚ ਜੇ, ਮੈਨੂੰ ਤਾਂ ਮੈਂ ਆਪਣੇ ਕਾਰੋਬਾਰ 'ਚ ਸਫਲ ਹੋ ਗਿਆ। ਬਿਕਾਜ਼ ਇੱਕ ਬਹੁਤ ਵੱਡੀ ਅਮਾਊਂਟ ਲੱਗੀ ਹੁੰਦੀ ਹਰ ਇੱਕ ਫੈਮਿਲੀ ਦੀ, ਪੇਰੈਂਟਸ ਦੀਆਂ ਉਮੀਦਾਂ ਨੇ, ਆਸਾਂ ਹੁੰਦੀਆਂ ਨੇ ਕਿ ਨਾ ਸਾਡੇ ਨਿਆਣੇ ਦੇ ਬਾਹਰ ਜਾਣਾ, ਸਾਡਾ ਪੁੱਤ ਬਾਹਰ ਜਾਊਗਾ, ਕਮਾਊਗਾ, ਸਾਡਾ ਬੁਢਾਪੇ ਸਹਾਰਾ ਬਣੂਗਾ, ਇੱਕ ਵੱਡੀ ਅਮਾਊਂਟ ਲੱਗੀ ਹੁੰਦੀ। ਤਾਂ ਇਸ ਲਈ ਇਹੀ ਹੈ ਚੀਜ਼ਾਂ, ਕਿਉਂਕਿ ਇਹ ਜਿਹੜੀ ਗੱਲਾਂ ਆਪਾਂ ਪੁੱਛ ਰਹੇ ਨੇ ਸਾਨੂੰ ਦੱਸੀਆਂ ਵੀ ਆ, ਉਹਨਾਂ ਨੂੰ ਦੇਖ ਕੇ, ਜਾਣ ਕੇ ਤੇ ਸੋਚ ਸਮਝ ਕੇ ਅਸੀਂ ਕਿਸੇ ਨਾ ਕਿਸੇ ਇਮੀਗ੍ਰੇਸ਼ਨ, ਮੈਂ ਇਹ ਨਹੀਂ ਕਹਿੰਦਾ ਕਿਉਂਕਿ ਤੁਹਾਡੀ ਆਪਣੀ ਸੋਚਣੀ ਹੈ, ਤੁਹਾਡਾ ਆਪਣਾ ਘਰ ਦੇ ਨਾਲ ਕੰਸਲਟ ਕਰਕੇ ਤੁਸੀਂ ਆਉਣਾ, ਜੇ ਕੋਲ ਵੀ ਆਉਣਾ। ਹੁਣ ਸਰ ਇੱਕ ਲਾਸਟ ਤੁਸੀਂ ਇੱਕ ਮੈਸੇਜ ਦੇਣਾ, ਸੋ ਦੈਟ ਇੱਕ ਪੋਜ਼ਿਟਿਵ ਮੈਸੇਜ, ਜਿਹੜੇ ਸ਼ਾਇਦ ਨਿਰਾਸ਼ ਵੀ ਬੈਠੇ ਹੋਣਗੇ, ਜਿਹੜੇ ਸ਼ਾਇਦ ਸੋਚਦੇ ਹੋਣਗੇ ਕਿ ਅਸੀਂ ਕਰਾਂਗੇ ਅਪਲਾਈ ਜਾਂ ਕਰ ਲੈਂਦੇ ਆ, ਜਾਂ ਸ਼ਾਇਦ ਡਰਦੇ ਹੋਣਗੇ, ਇੱਕ ਪੋਜ਼ਿਟਿਵ ਮੈਸੇਜ ਸੋ ਦੈਟ ਉਹਨਾਂ ਨੂੰ ਇੱਕ ਇੰਸਪਾਇਰ ਤਾਂ ਹੋਣ ਐਟਲੀਸਟ। ਉਹ ਕਿਤੇ ਜਦੋਂ ਜਾਗੇ ਉਦੋਂ ਸਵੇਰ, ਕਦੀ ਵੀ ਕਿਸੇ ਵੀ ਚੀਜ਼ ਨੂੰ ਦੇਰ ਨਹੀਂ ਹੁੰਦੀ। ਯੈਸ, ਜਿਹੜੇ ਬੱਚੇ +2 ਕਰ ਰਹੇ ਨੇ, ਬਾਹਰ ਜਾਣਾ ਚਾਹੁੰਦੇ ਨੇ, ਅੱਜ ਤੋਂ ਰਿਸਰਚ ਸ਼ੁਰੂ ਕਰ ਦਿਓ। ਮਾਂ ਪਿਓ ਅੱਜ ਤੋਂ ਹੀ ਰਿਸਰਚ ਸ਼ੁਰੂ ਕਰ ਦਿਓ, ਕੋਈ ਘੱਟੋ ਘੱਟ ਸਾਲ ਦਾ ਪ੍ਰੋਸੈਸ ਹੈ। ਜਿਹੜੇ ਰਿਫਿਊਜ਼ ਹੋ ਚੁੱਕੇ ਨੇ, ਨਿਰਾਸ਼ ਹੋਣ ਦੀ ਲੋੜ ਨਹੀਂ। ਆਰਐਸ ਗੋਬਿੰਦ ਦੇ ਕੋਲ ਇੱਕ ਨਹੀਂ 35 ਕੰਟਰੀਜ਼ ਦਾ ਰਸਤਾ ਹੈ। ਜੇ ਤੁਸੀਂ 12ਵੀਂ ਪਾਸ ਹੋ, ਪੜ੍ਹਾਈ 'ਚ 10 ਸਾਲ ਦਾ ਵੀ ਗੈਪ ਹੈ,
ਨਹੀਂ ਅੰਗਰੇਜ਼ੀ ਬੋਲ ਸਕਦੇ, ਨਹੀਂ ਆਇਲਟਸ ਕਰ ਸਕਦੇ, ਤਾਂ ਵੀ ਸਾਡੇ ਕੋਲ ਦੁਬਈ 'ਚ ਪੜ੍ਹ ਕੇ ਸ਼ੈਫ ਬਣ ਕੇ ਹੱਥੀਂ ਹੁਨਰ ਸਿੱਖ ਕੇ ਕੈਨੇਡਾ ਅਮਰੀਕਾ 'ਚ ਵਰਕ ਪਰਮਿਟ ਤੇ ਜਾਂ ਪੱਕੇ ਤੌਰ ਤੇ ਜਾਣ ਦੀ ਆਪਸ਼ਨ ਆ। ਬਹੁਤ ਸਾਰੀਆਂ ਆਪਸ਼ਨ ਆ, ਕਿਉਂਕਿ ਮੈਂ ਇਕੱਲਾ ਕੈਨੇਡਾ ਜਾਂ UK ਜਾਂ ਆਸਟ੍ਰੇਲੀਆ ਨਹੀਂ ਪ੍ਰਮੋਟ ਕਰਦਾ, ਮੈਂ ਘੱਟੋ ਘੱਟ 35 ਕੰਟਰੀਜ਼ ਬੱਚੇ ਭੇਜਦਾ। ਸੋ ਆਪਦੀ ਪ੍ਰੋਫਾਈਲ ਲੈ ਕੇ ਸਾਡੇ ਨਾਲ ਇੱਕ ਵਾਰ ਸੰਪਰਕ ਜ਼ਰੂਰ ਕਰੋ। ਮੈਂ ਫਿਰ ਰਿਪੀਟ ਕਰਦਾ, ਵੀਜ਼ਾ ਲਵਾਵਾਂ ਜਾਂ ਨਾ ਲਵਾਵਾਂ, ਪਰ ਦਫ਼ਤਰੋਂ ਜਦੋਂ ਬਾਹਰ ਜਾਓਗੇ ਮਨ 'ਚ ਤਸੱਲੀ ਜ਼ਰੂਰ ਹੋਏਗੀ ਵੀ ਯਾਰ ਅੱਜ ਚੰਗੀ ਚੱਜ ਦੀ ਸਲਾਹ ਲੈ ਕੇ ਆਇਆ। ਉਹਨੂੰ ਮੰਨਣਾ ਜਾਂ ਨਹੀਂ ਮੰਨਣਾ ਤੁਹਾਡੀ ਆਪਣੀ ਖੁਸ਼ੀ ਆ, ਪਰ ਯੈਸ ਸਿਆਣੇ ਹੋਵੋ। ਮੋਬਾਈਲ ਫੋਨ ਤੇ ਸਾਰਾ ਕੁਝ ਅਵੇਲੇਬਲ ਆ, YouTube ਤੇ, Facebook ਤੇ, Instagram ਤੇ ਮੇਰੇ ਵੀਡੀਓਜ਼ ਦੇਖੋ, ਹੋਰ 10 ਕੰਸਲਟੈਂਟ ਦੇ ਵੀਡੀਓ ਦੇਖੋ, ਜਿੰਨੀ ਨੌਲੇਜ ਇਕੱਠੀ ਕੀਤੀ ਜਾਂਦੀ ਹੈ ਕਰੋ। ਇੱਕ ਮੈਂ ਗੱਲ ਸਮਝਾਉਣਾ, ਆਪਾਂ ਜਦੋਂ ਧੀਆਂ ਪੁੱਤਾਂ ਦੇ ਰਿਸ਼ਤੇ ਕਰਦੇ ਹਾਂ ਤਾਂ ਬੜੀ ਪੁੱਛ ਪੜਤਾਲ ਕਰਦੇ ਹਾਂ। ਆਪਣੀ ਭੈਣ ਵੀ ਨਹੀਂ ਹੋਵੇ ਜਾਂ ਆਪਣਾ ਭਰਾ ਦਾ ਰਿਸ਼ਤਾ ਕਿਤੇ ਕਰਨਾ ਹੋਵੇ ਨਾ, ਤਾਂ ਬੜੀ ਪੁੱਛ ਪੜਤਾਲ ਕਰਦੇ ਹਾਂ, ਕਿਉਂਕਿ ਇੱਕ ਨਵੀਂ ਜ਼ਿੰਦਗੀ ਬਣਾਉਣ ਦਾ ਸਵਾਲ ਹੈ। ਇੱਥੇ ਵੀ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ, ਇੱਥੇ ਵੀ ਤੁਹਾਡੇ ਭਵਿੱਖ ਦਾ ਸਵਾਲ ਹੈ। ਆਪਾਂ ਇੱਥੇ ਪੁੱਛ ਪੜਤਾਲ ਕਿਉਂ ਨਹੀਂ ਕਰਦੇ? ਇੱਥੇ ਆਪਾਂ ਸਿਰਫ ਮਸ਼ਹੂਰੀ ਦੇਖੀ ਜੀ, ਹਮ ਲੈਂਗੇ ਪੈਸੇ ਵੀਜ਼ਾ ਲੱਗਣੇ ਕੇ ਬਾਅਦ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਜਾਂ ਬੜੀਆਂ ਇਹੋ ਜਿਹੀਆਂ ਲੁਭਾਵਣੀਆਂ ਅਟਰੈਕਟਿਵ ਐਡਸ। ਕਿਉਂਕਿ ਜਿਹੜੀ ਕਿਉਂਕਿ ਮੈਂ ਵੀ ਕਿਸੇ ਟਾਈਮ ਮੀਡੀਆ 'ਚ ਰਿਹਾ, ਐਡਵਰਟੀਜ਼ਮੈਂਟ ਦੀ ਡੈਫੀਨੇਸ਼ਨ ਪਤਾ ਕੀ ਹੁੰਦੀ ਆ? ਉਨੀ ਕੁ ਚੀਜ਼ ਦਿਖਾਉਣੀ ਜਿੰਨੀ ਕਿ ਬੰਦੇ ਨੂੰ ਅਟਰੈਕਟ ਕਰ ਸਕੇ। ਥੋੜਾ ਛੁਪਾਓ, ਥੋੜਾ ਦਿਖਾਓ, ਦੈਟਸ ਕਾਲਡ ਐਡਵਰਟੀਜ਼ਮੈਂਟ। ਸੋ ਇਦਾਂ ਦੀ ਐਡਵਰਟੀਜ਼ਮੈਂਟ 'ਚ ਨਾ ਜਾਓ, ਠੀਕ ਹੈ, ਸੁਣੋ, ਦੇਖੋ, ਬਟ ਰਿਸਰਚ ਜ਼ਰੂਰ ਕਰੋ। ਇੱਕ ਦਫ਼ਤਰ 'ਚ ਜਾਣ ਦੀ ਬਜਾਏ 10 ਦਫ਼ਤਰ 'ਚ ਜਾਓ। ਮੇਰੇ ਦਫ਼ਤਰ 'ਚ ਆਉਣ ਤੋਂ ਪਹਿਲਾਂ 10 ਕੰਪਨੀਆਂ ਦੇ ਦਫ਼ਤਰਾਂ 'ਚ ਜਾ ਕੇ ਆਓ, ਫਿਰ ਮੇਰੇ ਕੋਲ ਆਓ, ਫਿਰ ਪੇਪਰ ਤੇ ਲਿਖ ਕੇ ਪੂਰਾ ਅਸੈਸ ਕਰੋ ਕਿ ਮੈਨੂੰ ਸਹੀ ਕੀ ਹੈ, ਗਲਤ ਕੀ, ਕਿਉਂਕਿ ਜ਼ਿੰਦਗੀ ਤੁਹਾਡੀ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਦੇਖੋ ਜੀ, ਜ਼ਿੰਦਗੀ ਤੁਹਾਡੀ, ਪੈਸਾ ਤੁਹਾਡਾ, ਤੇ ਫਿਰ ਉਹਦੇ ਤੇ ਹੱਕ ਕਿਸੇ ਹੋਰ ਦਾ ਨਹੀਂ ਹੋਣਾ ਚਾਹੀਦਾ। ਉਹ ਜਿਹੜੀ ਲਾਈਫ ਦੀ ਫਾਈਲ ਹੈ ਨਾ, ਉਹ ਵੀ ਕਿਸੇ ਚੰਗੇ ਕੰਸਲਟੈਂਟ ਹੱਥ ਫੜਾਉਣੀ ਚਾਹੀਦੀ, ਤਾਂ ਕਿ ਤੁਹਾਡੀ ਜਿਹੜੀ ਉਹ ਲਾਈਫ ਦੀ ਫਾਈਲ ਆ ਉਹਨੂੰ ਫਾਈਲ 'ਚ ਕਨਵਰਟ ਕਰ ਸਕੇ। ਦੇਖੋ ਬਹੁਤਾ ਫਰਕ ਨਹੀਂ, ਹੁਣ ਗੱਲਾਂ 'ਚ ਇੱਕ ਅੱਖਰ ਆ ਗਿਆ, LIFI ਲਾਈਫ ਤੇ FILE ਫਾਈਲ। ਜੇ ਤੁਹਾਡੀ ਫਾਈਲ ਨੂੰ ਚੰਗੇ ਤਰੀਕੇ ਕੰਸਲਟੈਂਟ ਨੇ ਫੜ ਲਿਆ ਤਾਂ ਲਾਈਫ ਬਣ ਜੂ, ਤੇ ਜੇ ਫਾਈਲ ਖਰਾਬ ਹੋ ਗਈ ਤਾਂ ਪੂਰੀ ਲਾਈਫ ਖਰਾਬ ਹੋ ਜੂ। ਸਰ ਬਹੁਤ ਵਧੀਆ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਐਂਡ ਬਹੁਤ ਵਧੀਆ ਸੁਚੱਜੀਆਂ ਗੱਲਾਂ ਤੁਸੀਂ ਦੱਸੀਆਂ ਜਿਹੜੀਆਂ ਸ਼ਾਇਦ ਹਰ ਕੋਈ ਕੰਸਲਟੈਂਟ ਨਹੀਂ ਦੱਸਦਾ, ਕਿਉਂਕਿ ਹਰ ਨੂੰ ਮੇਰੀ ਗੱਲਾਂ ਕੋੜੀਆਂ ਵੀ ਲੱਗਦੀਆਂ, ਯਾਰ ਸਰਦਾਰ ਕੱਬੀਆਂ ਸਿੱਧਾ ਠੋਕ ਕੇ ਸੁਣਾਉਂਦਾ, ਬਟ ਸੱਚ ਇਹੋ ਹੀ ਜੀ। ਦੇਖੋ, ਸਿਆਣੇ ਦਾ ਕਿਹਾ ਤੇ ਔਲੇ ਖਾਦਾ ਬਾਹ ਪਰਗਣਾ। ਮੈਂ ਨਹੀਂ ਕਹਿੰਦਾ ਮੈਂ ਸਿਆਣਾ, ਪਰ ਸੱਚਾਈ ਕਿ ਆਪਣੇ ਤਜਰਬੇ ਤੋਂ ਸਿੱਖਿਆ ਬਹੁਤ ਕੁਛ ਹੈ ਮੈਂ। ਜੇ ਅੱਜ 15 ਸਾਲ ਦਾ ਤਜਰਬਾ, ਮੈਂ ਇੱਕ ਰਸਤੇ ਤੇ ਚੱਲਿਆ, ਡਿੱਗਿਆ, ਠੇਡਾ ਖਾਦਾ, ਸੱਟ ਲੱਗੀ, ਅੱਜ ਮੈਨੂੰ ਅਕਲ ਆ ਗਈ ਵੀ ਨਹੀਂ ਇਹ ਰਸਤਾ ਖਰਾਬ ਹੈ, ਤੇ ਐਟਲੀਸਟ ਕਿਸੇ ਨੂੰ ਗਾਈਡ ਤਾਂ ਕਰਨ ਜੋਗਾ ਹੋ ਗਿਆ ਨਾ ਮੈਂ। ਤੇ ਜੇ ਆਪਣੇ ਉਸ ਤਜਰਬੇ ਤੋਂ ਮੈਂ ਤੁਹਾਨੂੰ ਕੁਝ ਗਾਈਡ ਕਰਨ ਦੀ ਕੋਸ਼ਿਸ਼ ਕਰਦਾ, ਤੇ ਜੇ ਤੁਸੀਂ ਉਹਨੂੰ ਨਹੀਂ ਮੰਨਣਾ, ਤੁਹਾਡੀ ਆਪਣੀ ਮਰਜ਼ੀ। ਮੈਂ ਇਹ ਵੀ ਨਹੀਂ ਕਿਹਾ ਕਿ ਇਕੱਲੀ ਮੇਰੀ ਗੱਲ ਮੰਨੋ, ਹੋਰ ਲੋਕਾਂ ਕੋਲ ਵੀ ਜਾਓ। ਬਥੇਰੀ ਚੰਗੀਆਂ ਕੰਪਨੀਆਂ ਸਟ੍ਰੇਟ 'ਚ ਕੰਮ ਕਰ ਰਹੀਆਂ, ਜਿੱਥੇ ਬਥੇਰੀਆਂ ਕਾਲੀਆਂ ਭੇਡਾਂ ਨੇ। ਜੇ ਮੈਂ 100 ਪਿੱਛੇ 90 ਬੰਦੇ ਗਲਤ ਆ, 10 ਬੰਦੇ ਚੰਗੇ ਵੀ ਆ। ਮੇਰੇ ਤੋਂ ਵੀ ਚੰਗੇ ਕੰਸਲਟੈਂਟ, ਚੰਗੇ ਬੰਦੇ ਇਸ ਇੰਡਸਟਰੀ ਬੈਠੇ ਹੋਣਗੇ, ਸਭ ਦੀ ਸੁਣੋ, ਕਰੋ ਆਪਣੇ ਮਨ ਦੀ। ਇਹੀ ਮੈਂ ਤੁਹਾਨੂੰ ਕਹਿਣ ਲੱਗਾ ਸੀ ਕਿ ਜੇ ਅਸੀਂ ਕਿਸੇ ਨਾਲ ਹੋਰ ਨਾਲ ਗੱਲ, ਉਹ ਕਹਿੰਦੇ ਸਾਡੇ ਦਫ਼ਤਰ ਆਓ, ਇਦਾਂ ਕਰੋ, ਅਸੀਂ ਤੁਹਾਨੂੰ ਇਹ ਕਰਾ ਦਾਂਗੇ। ਹੁਣ ਤੁਹਾਡੇ ਨਾਲ ਗੱਲ ਤੁਸੀਂ ਕਿ ਮੇਰੇ ਕੋਲੋਂ ਹੋ ਕੇ 10 ਬੰਦੇ ਕੋਲ ਹੋਰ ਹੋ ਗਿਆ, ਫਿਰ ਆਪਣੇ ਦਿਲ ਦੀ ਸੁਣੋ, ਹਾਂ ਬਈ ਸਾਨੂੰ ਚੰਗਾ ਕਿਹੜਾ ਲੱਗਾ, ਕਿਹਨੇ ਸਹੀ ਸਲਾਹ ਦਿੱਤੀ, ਉਹਦੇ ਕੋਲ ਅਪਲਾਈ ਕਰਾਓ। ਸੋ ਦੈਟ, ਕਿਉਂਕਿ ਸਾਡਾ ਕਰੀਅਰ ਜੁੜਿਆ, ਸਾਡੀ ਲਾਈਫ ਜੁੜੀ ਆ, ਸਾਡੇ ਪੇਰੈਂਟਸ ਆ, ਹਨਾ, ਸਾਡੇ ਮਾਪਿਓ ਦੀ ਆਸਾਂ ਹੁੰਦੀਆਂ, ਭੈਣ ਭਰਾਵਾਂ ਦੀ ਆਸਾਂ, ਸਾਡਾ ਭਰਾ ਵੀਰ ਬਾਹਰ ਜਾਊਗਾ, ਸਾਨੂੰ ਆਈਫੋਨ ਭੇਜੂਗਾ, ਇਹ ਕਰੂੰਗਾ, ਹਨਾ। ਸੋ ਇਸ ਲਈ ਗਾਇਸ, ਸੋ ਅੱਜ ਅਸੀਂ RS ਗਲੋਬਲ ਇਸ ਲਈ ਆਏ ਸੀ ਕਿ ਬਿਕਾਜ਼ ਅਸੀਂ ਸਰ ਨਾਲ ਗੱਲ ਕਰਨ ਲਈ ਆਏ ਸੀ, ਜਾਣਨ ਆਏ ਸੀਗੇ। ਸੋ ਅਸੀਂ ਮੈਂ ਸਰ ਤੁਹਾਡੀ ਗੱਲ ਕਰਾਂ ਕਿ ਤੁਸੀਂ ਵੀ ਜ਼ਿਆਦਾ ਐਡਵਰਟੀਜ਼ਮੈਂਟ ਨਹੀਂ ਕੀਤੀ, ਤੁਸੀਂ ਗੱਲਾਂ ਦੱਸੀਆਂ, ਤੇ ਆਪਾਂ ਤੁਹਾਡੇ ਕੋਲ ਗੱਲਾਂ ਹੀ ਪੁੱਛੀਆਂ ਬੇਸਿਕਲੀ। ਅਸੀਂ ਵੀ ਜਿਹੜਾ ਇਹ ਸ਼ੋਅ ਹੈ, 1 ਮਿੰਟ ਦੀ ਵੀ ਦੱਸ ਦਿਓ ਗੱਲ 'ਚ ਕੋਈ ਕਮਰਸ਼ੀਅਲ ਕਾਲ ਕੀਤੀ, ਕਿਤੇ ਕਿਹਾ ਵੀ ਮੇਰੇ ਕੋਲ ਆਓ ਮੈਂ ਵਧੀਆ, ਜਾਂ ਆ ਗਾਈਡ ਕੀਤਾ ਗਿਆ। ਸੋ ਇਹੋ ਕੰਪੇਨਿੰਗ ਭਾਜੀ ਮੈਂ ਪਿਛਲੇ 10-12 ਸਾਲ ਤੋਂ ਅਲੱਗ-ਅਲੱਗ ਪਲੇਟਫਾਰਮ ਤੇ ਕਰ ਰਿਹਾ। ਮੇਰਾ ਮਕਸਦ ਲੋਕਾਂ ਨੂੰ ਐਜੂਕੇਟ ਕਰਨਾ। ਦੇਖੋ, ਮੇਰੇ ਕਰਮਾਂ ਦੀ ਰੋਟੀ ਮੈਨੂੰ ਮੇਰੀ ਜਾਣੀ, ਕੋਈ ਖੋ ਨਹੀਂ ਸਕਦਾ। ਜਿੰਨੀ ਮਰਜ਼ੀ ਕੋਸ਼ਿਸ਼ ਕਰਾਂ, ਕਿਸੇ ਨੇ ਨਹੀਂ ਖੋਲਣੀ, ਤੇ ਜੇ ਨਹੀਂ ਮਿਲਣੀ ਤਾਂ ਜਿੱਥੇ ਮਰਜ਼ੀ ਟੱਕਰਾਂ ਮਾਰ ਲਾਂ, ਫਿਰ ਨਹੀਂ ਮਿਲਣੀ। ਸੋ ਮਸ਼ਹੂਰੀਆਂ ਕੀਤੀਆਂ ਕੁਛ ਨਹੀਂ ਹੁੰਦਾ। ਅੱਜ ਦਫ਼ਤਰ 'ਚ 10 ਪਿੱਛੇ 8 ਬੱਚੇ ਉਹ ਕੇਸ ਅਪਲਾਈ ਕਰਦੇ ਜਿਹੜੇ ਪਹਿਲਾਂ ਭੇਜੇ ਹੋਏ ਬੱਚਿਆਂ ਦੇ ਥਰੂ ਆਉਂਦੇ ਆ। ਭਾਜੀ ਉਹ ਕੋਲ ਚੱਲ ਜਾਓ। ਮੇਰੇ ਬਾਰੇ ਕੀ ਮਸ਼ਹੂਰੀ ਆ ਵੀ ਸਰਦਾਰ ਥੋੜਾ ਜਿਹਾ ਕੌੜਾ ਬੋਲਦਾ, ਸਿੱਧੀਆਂ ਗੱਲਾਂ ਕਰਦਾ, ਬਟ ਜੇ ਕੇਸ ਫੜ ਲਿਆ, ਜਿਹੜੀ ਕੰਟਰੀ ਦਾ ਕਹੂਗਾ ਉੱਥੇ ਅਪਲਾਈ ਕਰੀ, ਆਪਣੀ ਮਰਜ਼ੀ ਨਾ ਚਲੀ, ਜਿੱਥੇ ਕੇਸ ਫੜ ਲਿਆ ਵੀਜ਼ਾ ਲਵਾ ਕੇ ਪੇਪਰ ਮੋੜੇਗਾ। ਪਰ ਜਦੋਂ ਬੱਚਾ ਆਪਣੀ ਮਰਜ਼ੀ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦਾ, ਨਹੀਂ ਸਰ ਹਮਨੇ ਇੱਥੇ ਨਹੀਂ ਇੱਥੇ ਕਰਨਾ, ਅਫਕੋਰਸ ਉਦੋਂ ਰਿਫਿਊਜ਼ਲ ਵੀ ਆਉਂਦੀਆਂ। ਸਾਡਾ ਸਕਸੈਸ ਰੇਟ ਭਾਜੀ ਅੱਜ 92% ਤੋਂ ਉੱਪਰ ਕ੍ਰੋਸ ਕਰ ਚੁੱਕਾ। ਸਾਡੇ ਵੀ 100 ਪਿੱਛੇ 8 ਰਿਫਿਊਜ਼ਲ ਹੁੰਦੇ, 92% ਸਾਡਾ ਸਕਸੈਸ ਰੇਟ ਹੈ। ਕੋਸ਼ਿਸ਼ ਹੁੰਦੀ ਹੈ ਜਦੋਂ ਬੱਚੇ ਦੀ ਫਾਈਲ ਅਪਲਾਈ ਕੀਤੀ ਹੈ, ਪਰਮਾਤਮਾ ਅੱਗੇ ਅਰਦਾਸ ਕਰਕੇ ਮੱਥਾ ਟੇਕ ਕੇ ਫਾਈਲ ਲਾਈ ਦੀ, ਕਿਉਂਕਿ ਜਿੱਥੇ ਅਰਦਾਸ ਹੈ ਉੱਥੇ ਸਭ ਕੁਛ ਹੈ। ਸੋ ਜਿੱਥੇ ਸਾਡੀ ਮਿਹਨਤ ਹੈ, ਬੱਚੇ ਦੇ ਮੁਕੱਦਰ ਨਾਲ ਅਰਦਾਸ ਕਰਕੇ ਫਾਈਲ ਲਵਾਈ ਦੀ, ਔਰ ਘਰੋਂ ਨਿਕਲ ਲੱਗਿਆ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਕਦੀ ਮੇਰੇ ਕੋਲੋਂ ਨੋਇੰਗਲੀ ਅਨਨੋਇੰਗਲੀ ਕਿਸੇ ਦਾ ਬੁਰਾ ਨਾ ਹੋਵੇ, ਤੇ ਜਦੋਂ ਡੀ ਚੰਗੀ ਫਿਰ ਆਪੇ ਬਾਬਾ ਸਿੱਧੀਆਂ ਪਾ ਦਿੰਦਾ ਜੀ। ਕਦੀ ਇਦਾਂ ਹੋਇਆ ਕਿ ਸਾਨੂੰ ਆਪਾਂ ਪੂਰੇ ਵਿਸ਼ਵਾਸ ਸਾਨੂੰ ਹੁੰਦਾ ਕਿ 100% ਆ ਵੀਜ਼ਾ ਲੱਗਿਆ, ਕਿਤੇ ਐਂਡ 'ਚ ਕੋਈ ਰਿਫਿਊਜ਼ਲ ਆ ਗਈ? ਬਿਲਕੁਲ, ਬਹੁਤ ਵਾਰ ਹੋਇਆ ਜੀ। ਇਸ ਕਾਰੋਬਾਰ 'ਚ ਬੈਠਿਆਂ ਜੇ ਹੁਣ ਤੱਕ ਹਜ਼ਾਰਾਂ ਬੱਚੇ ਬਾਹਰ ਭੇਜੇ ਵੀਜ਼ਾ ਲਵਾ ਕੇ, ਤਾਂ ਸੈਂਕੜੇ ਰਿਫਿਊਜ਼ ਹੋਏ ਆ। ਇਹ ਨਹੀਂ ਕਿ ਮੈਂ ਜਿੱਤੇ ਉਮੀਦ ਹੋਵੇ ਪਰ ਫੇਰ ਵੀ ਹੋ ਜਾਵੇ। ਬਿਲਕੁਲ, ਕਈ ਵਾਰ ਹੋਇਆ ਇੱਦਾਂ ਨਹੀਂ ਹੁੰਦਾ। ਹੁਣ ਕੈਨੇਡਾ ਦੀ ਗੱਲ ਕਰਾਂ, 7 ਬੈਂਡ 7.5 ਬੈਂਡ ਦਾ ਬੱਚਾ ਵੀ ਰਿਫਿਊਜ਼ ਹੁੰਦਾ, ਬਟ ਉਹਦੇ 'ਚ ਇਹ ਹੈ ਕਿ ਆਪਾਂ ਦੁਬਾਰਾ ਫਿਰ ਰੀਅਪਲਾਈ ਕਰ ਸਕਦੇ ਹਾਂ, ਕਿਉਂਕਿ ਕੈਨੇਡਾ ਇੱਕ ਟ੍ਰੈਂਡ ਜਿਹਾ ਬਣ ਚੁੱਕਾ।
ਕਿ ਇੱਕ ਵਾਰ ਰਿਫਿਊਜ਼ਲ ਆ ਗਈ ਦੁਬਾਰਾ ਫਿਰ ਅਪਲਾਈ ਕਰ ਲਓ, ਤੀਜੀ ਵਾਰ ਫਿਰ ਅਪਲਾਈ ਕਰ ਲਓ, SOP ਚੇਂਜ ਕਰ ਲਓ, ਕਾਲਜ ਚੇਂਜ ਕਰ ਲਓ, ਕੋਰਸ ਚੇਂਜ ਕਰ ਲਓ, ਵੀਜ਼ਾ ਮਿਲ ਜਾਂਦਾ। ਯੈਸ ਇੱਦਾਂ ਬਹੁਤ ਵਾਰ ਹੁੰਦਾ ਕਿ ਲੱਗਦਾ ਕਿ ਵੀਜ਼ਾ 100% ਲੱਗੂਗਾ ਬਟ ਫਿਰ ਵੀ ਰਿਫਿਊਜ਼ ਹੋ ਜਾਂਦਾ। ਬਟ ਮੈਂ ਬੱਚੇ ਦੀ ਬਾਂਹ ਨਹੀਂ ਛੱਡਦਾ ਕਦੀ, ਮੈਂ ਬੱਚੇ ਦੀ ਬਾਂਹ ਨਹੀਂ ਛੱਡਦਾ ਕਦੀ। ਪੱਲਿਓਂ ਤੱਕ ਜੇ ਐਮਬੈਸੀ ਫੀਸ ਲਾਉਣੀ ਪੈਂਦੀ ਹੈ, ਪੱਲਿਓਂ 10-20 ਹਜ਼ਾਰ ਰੁਪਏ ਲਾ ਕੇ ਕਹਿੰਦਾ ਭਾਈ ਤੂੰ ਅਪਲਾਈ ਕਰ, ਮੈਂ ਵੀਜ਼ਾ ਮੈਂ ਅਪਲਾਈ ਲਵਾ ਕੇ ਦੂੰ ਤੇਰਾ। ਯੈਸ ਦੇਖੋ ਐਟ ਦ ਐਂਡ ਆਫ ਡੇ ਕਾਰੋਬਾਰ ਕਰਦੇ ਹਾਂ, ਬਿਜ਼ਨਸ ਕਰਦੇ ਹਾਂ, ਪੈਸੇ ਕਮਾਉਣਾ ਸਭ ਦਾ ਮਕਸਦ ਹੈ। ਤੇ ਜਦੋਂ ਲੱਗਦਾ ਕਿ ਇਸ ਕੇਸ ਨਾਲ ਧੱਕਾ ਹੋਇਆ, ਵੀਜ਼ਾ ਲੱਗਣਾ ਚਾਹੀਦਾ ਸੀ, ਉਦੋਂ ਉਸ ਬੱਚੇ ਦੀ ਮੈਂ ਬਾਂਹ ਨਹੀਂ ਛੱਡਦਾ। ਮੈਂ ਨਾ ਭਾਈ ਤੂੰ ਮੇਰੇ ਤੇ ਵਿਸ਼ਵਾਸ ਕੀਤਾ, ਦੁਬਾਰਾ ਫਿਰ ਤੇਰਾ ਅਪਲਾਈ ਕਰੂੰਗਾ, ਆਪਣੇ ਕੋਲੋਂ ਪੈਸੇ ਲਾ ਕੇ ਕਰੂੰਗਾ, ਤੂੰ ਵੀ ਮੈਂ ਆਪਣਾ ਸਾਥ ਨਾ ਛੱਡ, ਵੀਜ਼ਾ ਲਵਾ ਕੇ ਦੇਵਾਂਗੇ। ਯੈਸ ਬਟ ਇਹ ਹੈ ਕਿ ਚੰਗੇ ਮਾੜੇ ਤਜਰਬੇ ਨਾਲ ਬੰਦਾ ਬੜਾ ਕੁਝ ਸਿੱਖਦਾ। ਅਸੀਂ ਆਪਣੀ ਗਲਤੀਆਂ ਬੜਾ ਕੁਝ ਸਿੱਖਦੇ ਹਾਂ। ਹਰ ਇੱਕ ਰਿਫਿਊਜ਼ਲ ਲੈਟਰ ਨੂੰ ਧਿਆਨ ਨਾਲ ਪੜ੍ਹੀਦਾ, ਦੇਖੀਦਾ ਕਿ ਰਿਫਿਊਜ਼ਲ ਆਈ ਕਿਉਂ। ਜਿਹੜਾ ਬੰਦਾ ਕੰਮ ਕਰੇਗਾ ਗਲਤੀਆਂ ਉਦੋਂ ਕੋਈ ਹੋਣਗੀਆਂ, ਜਿਹੜਾ ਬੰਦਾ ਕੰਮ ਨਹੀਂ ਕਰੇਗਾ ਉਹ ਗਲਤੀ ਕਿੱਥੋਂ ਹੋਣੀ ਹੈ। ਤੇ ਪਰ ਇਨਸਾਨ ਉਹ ਜਿਹੜਾ ਗਲਤੀਆਂ ਸਿੱਖ ਕੇ ਕੰਮ ਕਰਦਾ। ਅੱਜ 15 ਸਾਲ 'ਚ ਇੱਥੇ ਬੈਠੇ, ਮੈਂ ਨਹੀਂ ਕਹਿੰਦਾ ਕਿ ਮੈਂ ਰਾਤੋਂ ਰਾਤ ਸਿੱਖ ਗਿਆ, 14-15 ਸਾਲ ਤੋਂ ਅੱਜ ਸਿੱਖ ਰਿਹਾ ਔਰ ਅੱਜ ਵੀ ਸਿੱਖ ਰਿਹਾ। ਅੱਜ ਵੀ ਲੋਕ ਰਾਤ ਨੂੰ ਜਿਹੜੇ ਕੰਸਲਟੈਂਟ ਵੀਰ ਆ, ਮੇਰੀ ਗੱਲ ਦਾ ਗੁੱਸਾ ਕਰੋ, ਸ਼ਾਮ ਨੂੰ 7 ਵਜੇ ਕਲਾਸੀ ਖੋਲ ਕੇ ਬਹਿ ਜਾਂਦੇ ਆ, ਕੋਈ ਆਪਣੇ ਪਰਿਵਾਰ ਕੁਛ ਕਰਦੇ। ਮੈਂ ਅੱਜ ਵੀ ਰਾਤ ਨੂੰ 12 ਵਜੇ ਤੱਕ ਲੈਪਟਾਪ ਖੋਲ ਕੇ ਬੈਠਾ ਹੁੰਦਾ, ਕਿਉਂਕਿ ਇਹ ਕਾਰੋਬਾਰ ਰਿਸਰਚ ਦਾ ਹੈ, ਇਹ ਕਾਰੋਬਾਰ ਐਜੂਕੇਸ਼ਨ ਦਾ ਹੈ, ਇਹ ਕਾਰੋਬਾਰ ਕਿਸੇ ਦੇ ਭਵਿੱਖ ਦਾ ਹੈ। ਤੇ ਇਹ ਜਿਹੜੀ ਇੰਡਸਟਰੀ ਹੈ ਇਹ 'ਚ ਬੜਾ ਜ਼ਿਆਦਾ ਬਦਲਾਅ ਮਿੰਟੋ ਮਿੰਟੀ ਹੁੰਦਾ। ਅੱਜ ਕੁਝ ਹੋਰ ਹੈ, ਤੁਹਾਡੀ ਵੀਡੀਓ ਮਹੀਨੇ ਬਾਅਦ ਦੇਖਾਂਗੇ, ਗੱਲਾਂ ਬਦਲ ਜਾਣੀਆਂ, ਕਿਉਂਕਿ ਇਮੀਗ੍ਰੇਸ਼ਨ ਦੇ ਵਿੱਚ ਕਾਨੂੰਨ ਬਦਲਦਿਆਂ ਟਾਈਮ ਨਹੀਂ ਲੱਗਦਾ। ਤਾਂ ਸਾਨੂੰ ਰੋਜ਼ ਦੇ ਰੋਜ਼ ਆਪਣੇ ਆਪ ਨੂੰ ਅਪਡੇਟ ਰੱਖਣਾ ਪੈਂਦਾ, ਹਰ ਇੱਕ ਕਾਲਜ ਨਾਲ, ਯੂਨੀਵਰਸਿਟੀ ਨਾਲ, ਕੰਟਰੀ ਦੇ ਮੁਲਕਾਂ ਨਾਲ। ਜੇ ਅਸੀਂ ਅਪਡੇਟ ਨਹੀਂ ਰਵਾਂਗੇ ਕਿਹਨੂੰ ਸਲਾਹ ਕੀ ਦੇਵਾਂਗੇ। ਸੋ ਥੈਂਕ ਯੂ ਸੋ ਮਚ ਸਰ, ਪਰ ਬੜੀ ਅੱਛੀ ਲੱਗੀ ਤੁਹਾਡੇ ਨਾਲ ਗੱਲਾਂ ਕਰਕੇ ਐਂਡ ਨੋ ਡਾਊਟ ਆਪਾਂ ਸਾਰੇ ਸਮਝ ਵੀ ਗਏ ਹੋਵੋਗੇ। ਪਰ ਮੈਂ ਜੇ ਪਰਸਨਲ ਤੁਹਾਨੂੰ ਸਲਾਹ ਦੇਵਾਂਗੇ, ਇੱਕ ਵਾਰ ਮੈਨੂੰ ਨਹੀਂ ਲੱਗਦਾ ਤੁਸੀਂ ਇੱਕ ਵਾਰ ਜੇ ਇੱਥੇ ਸਲਾਹ ਲੈਣ ਆਓਗੇ RS ਗਲੋਬਲ, ਤੁਸੀਂ ਮੁੜ ਕੇ ਜਾਓਗੇ। ਤਾਂ ਜੇ ਤੁਹਾਡੀ ਮਤਲਬ ਪੱਕੀ ਸਲਾਹ ਹੈਗੀ ਕਿ ਆਪਾਂ ਬਾਹਰ ਜਾਣਾ, ਤੁਸੀਂ ਇੱਥੇ ਫਾਈਲ ਲਵਾ ਕੇ ਜਾਓਗੇ, ਨੋ ਡਾਊਟ ਸਰ ਲਵਾ ਕੇ ਦੇਣਗੇ। ਇਹ ਮੈਨੂੰ ਸ਼ਾਰਟ ਫਾਈਲ ਐਲੀਜੀਬਲ ਹੋਏਗੀ, ਜ਼ੂ ਲਵਾ ਕੇ ਦੇਵਾਂਗੇ। ਹੁਣ ਬੱਚਾ ਗਰਾਰੀ ਫਸਾ ਕੇ ਹੋਊਗਾ, ਮੈਂ ਕੈਨੇਡਾ ਜਾਣਾ, ਯੋਗਤਾ ਐਲੀਜੀਬਿਲਟੀ ਉਹਦੀ UK ਬਣਦੀ ਹੈ, ਮੈਂ ਉਹੀ ਸਲਾਹ ਦਊਂਗਾ। ਸੋ ਥੈਂਕ ਯੂ ਸੋ ਮਚ ਸਰ। ਤੇ ਤੁਸੀਂ ਵੀ ਦੇਖਦੇ ਰਹੋ ਦਾ ਲਾਟੂ TV ਤੇ ਬਾਕੀ ਸਰ ਦੇ ਨਾਲ ਜੇ ਤੁਸੀਂ ਕੰਸਲਟ ਕਰਨਾ ਇਹਨਾਂ ਦੇ ਆਫਿਸ ਆ ਕੇ ਵਿਜ਼ਿਟ ਕਰ ਸਕਦੇ ਹੋ। ਬੱਸ ਸਟੈਂਡ ਦੇ ਬਿਲਕੁਲ ਕੋਲ ਹੈ, ਐਡਰੈਸ ਤੁਹਾਨੂੰ ਮੈਂਸ਼ਨ ਕਰ ਦਿੱਤਾ ਗਿਆ। ਤੇ ਬਾਕੀ ਦੇਖਦੇ ਰਹੋ ਲਾਟੂ TV। ਸਰ ਥੈਂਕ ਯੂ ਸੋ ਮਚ, ਬਹੁਤ ਅੱਛਾ ਲੱਗਾ ਐਂਡ ਮੈਨੂੰ ਇਹ ਲੱਗਾ ਤੁਸੀਂ ਮੈਨੂੰ ਆਪਣੇ ਦਰਸ਼ਕਾਂ ਰੂਬਰੂ ਕਰਾਇਆ ਔਰ ਵਧੀਆ ਗੱਲਾਂ ਕੀਤੀਆਂ। ਕਿਉਂਕਿ ਗੱਲਾਂ ਕਰਕੇ ਨਾ ਮੈਨੂੰ ਲੱਗਦਾ ਕਿ ਮੈਂ ਜਦੋਂ ਕੈਮਰੇ ਮੂਹਰੇ ਬੈਠਾ ਨਾ, ਮੈਨੂੰ ਮੇਰੇ ਕਈ ਦੋਸਤ ਵੀ ਕਹਿੰਦੇ ਯਾਰ ਪਤਾ ਨਹੀਂ ਕਿਹਦੇ ਅੰਦਰ ਕੋਈ ਆਤਮਾ ਆ ਜਾਂਦੀ, ਪਤਾ ਨਹੀਂ ਕਿੱਥੋਂ ਬੋਲਣਾ ਪੈਣਾ। ਬੇਸਿਕਲੀ ਆਤਮਾ ਨਹੀਂ ਹੁੰਦੀ, ਉਹ 15 ਸਾਲ ਦਾ ਤਜਰਬਾ ਔਰ ਕਿਤੇ ਕਿਤੇ ਮਲਾਰ ਬੋਲਦਾ ਕਿ ਯਾਰ ਆਪਾਂ ਵੀ ਅੱਜ ਵੀ ਇੰਨੇ ਸਾਲਾਂ ਬਾਅਦ ਵੀ ਆਪਾਂ ਇਸ ਇੰਡਸਟਰੀ ਨੂੰ ਪ੍ਰੋਪਰਲੀ ਸਾਫ਼ ਨਹੀਂ ਕਰ ਸਕੇ। ਪਰ ਅਗੇਨ ਇਹ ਪ੍ਰੋਪਰ ਲੈਣ ਦੇਣਾ, ਜਦ ਤੱਕ ਕੰਸਲਟੈਂਟ ਦੇ ਨਾਲ ਬੱਚਾ ਨਹੀਂ ਸਿਆਣਾ ਹੁੰਦਾ, ਉਹਦੇ ਮਾਂ ਪਿਓ ਨਹੀਂ ਸਿਆਣੇ ਹੁੰਦੇ, ਤਦ ਤੱਕ ਅਸੀਂ ਆਪਣੇ ਨੂੰ ਸੁਧਾਰ ਨਹੀਂ ਸਕਦੇ।